ਅਸ ਈਸ਼ਰ ਕਿਉ ਹਿਰਦੈ ਵਿਸਾਰੋ, ਨਿਸਵਾਸੁਰ ਮਨ ਜੀਹਿ ਸੰਭਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਸਤਿਗੁਰੂ ਜੀ ਖਾਲਸੇ ਨੂੰ ਰਹਿਤ ਬਹਿਤ ਜੋ ਹੈ ਰਹਿਤ ਮਰਿਆਦਾ ਉਹ ਬਖਸ਼ਿਸ਼ ਕਰ ਰਹੇ ਨੇ। ਕੁਝ ਬਚਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕੀਤੇ, ਕੁਝ ਅੱਜ ਇਤਿਹਾਸ ਵਿੱਚੋਂ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਸਰੀਰ ਪਦਾਰਥ ਸਾਰੇ, ਸਤਿਗੁਰੂ ਜੀ ਬਖਸ਼ਿਸ਼ ਬਚਨ ਕਰਦੇ ਵੀ ਸਰੀਰ ਦੇ ਨਾਲ ਜਿੰਨੇ ਪਦਾਰਥ ਨੇ, ਕਿਉਂਕਿ ਪਦਾਰਥ ਸਰੀਰ ਕਰਕੇ ਮਿਲੇ ਨੇ। ਜੇ ਸਰੀਰ ਹੈ ਤੇ ਮਾਂ ਬਾਪ ਹੈ, ਸਰੀਰ ਹੈ ਤੇ ਧੀਆਂ ਪੁੱਤਰ ਨੇ, ਸਰੀਰ ਹੈ ਤੇ ਘਰ ਬਾਰ ਹੈ, ਸਰੀਰ ਹੈ ਤੇ ਮਾਇਆ ਧਨ ਹੈ। ਪਰ ਜੇ ਸਰੀਰ ਨਾਸਵੰਤ ਹੈ ਤੇ ਫਿਰ ਜਿੰਨੇ ਪਦਾਰਥ ਸਰੀਰ ਦੇ ਨਾਲ ਮਿਲੇ ਉਹ ਵੀ ਸਾਰੇ ਨਾਸਵੰਤ। ਇਸ ਕਰਕੇ ਸਰੀਰ ਦੇ ਨਾਲ ਜਿੰਨੇ ਪਦਾਰਥ ਮਿਲੇ ਨੇ ਸਾਰੇ ਨਾਸਵੰਤ ਹਨ। ਜਿਸ ਪ੍ਰਭ ਦੀਨੇ ਹਮੈ ਵਿਚਾਰੇ, ਪਰਮਾਤਮਾ ਦੀ ਸਿਫਤ ਕਰੇ। ਪਰਮਾਤਮਾ ਤੇਰਾ ਧੰਨਵਾਦ, ਤੂੰ ਮੈਨੂੰ ਸਰੀਰ ਦਿੱਤਾ, ਤੇਰਾ ਧੰਨਵਾਦ ਤੂੰ ਮੈਨੂੰ ਰਿਸ਼ਤੇਦਾਰ ਦਿੱਤੇ। ਕੱਲ ਆਪਾਂ ਇਹ ਬਚਨ ਸਰਵਣ ਕੀਤਾ ਸੀ ਨਾ, ਰਮਈਆ ਕੇ ਗੁਣ ਚੇਤ ਪ੍ਰਾਨੀ। ਇਹ ਆਪਾਂ ਪੌੜੀ ਕੱਲ ਸਰਵਣ ਕੀਤੀ ਹੈ। ਇਹਦੇ ਵਿੱਚ ਮਹਾਰਾਜ ਜੀਆਂ ਨੇ ਦੱਸਿਆ ਵੀ ਪ੍ਰਮਾਤਮਾ ਨੇ ਤੇਰੇ ਤੇ ਕਿਹੜੇ ਕਿਹੜੇ ਪਰਉਪਕਾਰ ਕੀਤੇ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਵੀ ਜਿਸ ਪ੍ਰਮਾਤਮਾ ਨੇ ਬਖਸ਼ਿਸ਼ਾਂ ਕੀਤੀਆਂ ਉਹਦਾ ਸ਼ੁਕਰਾਨਾ ਕਰਨਾ ਕਰੇ। ਈਸ਼ਰ ਕਿਉ ਹਿਰਦੈ ਵਿਸਾਰੋ, ਐਸੇ ਪ੍ਰਮਾਤਮਾ ਨੂੰ ਕਿਉਂ ਭੁਲਾਈਏ। ਜ਼ਿੰਦਗੀ ਵਿੱਚ ਕੋਈ ਨਿੱਕਾ ਜਿਹਾ ਪਰਉਪਕਾਰ ਕਰ ਦੇਵੇ ਤੇ ਅਸੀਂ ਹਮੇਸ਼ਾ ਉਹਨੂੰ ਯਾਦ ਰੱਖਦੇ ਹਾਂ। ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਰੋਜ਼ ਪਰਉਪਕਾਰ ਕਰਦਾ, ਬਖਸ਼ਿਸ਼ਾਂ ਕਰਦਾ, ਰਹਿਮਤ ਕਰਦਾ, ਪਰ ਉਸ ਨੂੰ ਅਸੀਂ ਭੁਲਾ ਕੇ ਬੈਠ ਜਾਂਦੇ। ਮਹਾਰਾਜ ਕਹਿਣ ਲੱਗੇ ਜੇ ਪ੍ਰਸਾਦ ਬਸੇ ਸੁਖ ਮੰਦਰ, ਇਹ ਵੀ ਤੇ ਪਰਉਪਕਾਰ ਹੀ ਹੈ ਨਾ। ਘਰ ਦੇ ਵਿੱਚ ਬੈਠਿਆਂ ਸੁਖ ਲੈਂਦਾ ਪਿਆ ਤੇ ਪਾਤਸ਼ਾਹ ਕਹਿਣ ਲੱਗੇ ਪਰ ਇਹ ਜੀਵ ਉਸਦੇ ਪਰਉਪਕਾਰ ਨੂੰ ਭੁੱਲ ਜਾਂਦਾ ਹੈ। ਨਿਸਵਾਸੁਰ ਮਨ ਜੀਹਿ ਸੰਭਾਰੋ, ਮਨ ਕਰਕੇ ਤੇ ਜ਼ੁਬਾਨ ਕਰਕੇ ਪਰਮਾਤਮਾ ਨੂੰ ਦਿਨੇ ਰਾਤ ਚੇਤੇ ਕਰੇ। ਤੇ ਗੁਰਮੁਖੋ ਚੇਤੇ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਨਾ, ਪਹਿਲਾਂ ਜ਼ੁਬਾਨ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਜ਼ੁਬਾਨ ਦੇ ਨਾਲ ਉਹਦਾ ਨਾਮ ਜਪਾਂਗੇ, ਜ਼ੁਬਾਨ ਦੇ ਨਾਲ ਜਪਦਿਆਂ ਜਪਦਿਆਂ ਫਿਰ ਅਵਸਥਾ ਬਣ ਜਾਏਗੀ, ਫਿਰ ਮਨ ਵੀ ਜਪਣ ਲੱਗ ਪੈਂਦਾ ਹੈ। ਪਰਮਾਤਮਾ ਤੇਰੇ ਤੇ ਇੰਨੀਆਂ ਬਖਸ਼ਿਸ਼ਾਂ ਕਰ ਰਿਹਾ ਹੈ, ਕਹਿਣ ਲੱਗੇ ਮਨ ਕਰਕੇ ਵੀ ਉਹਦੇ ਨਾਮ ਨੂੰ ਜਪ, ਅਤੇ ਇਸੇ ਤਰ੍ਹਾਂ ਜ਼ੁਬਾਨ ਕਰਕੇ ਵੀ ਉਹਦੇ ਨਾਮ ਨੂੰ ਜਪ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜ਼ੁਬਾਨ ਤੇਰੀ ਹੋਰਾਂ ਰਸਾਂ ਕਸਾਂ ਵਿੱਚ ਵਿਆਪ ਰਹੀ ਹੈ, ਇਸ ਦੇ ਨਾਲ ਤੇਰੀ ਜਿਹੜੀ ਪਿਆਸਾ ਹੈ ਨਾ ਉਹ ਬੁਝੇਗੀ ਨਹੀਂ, ਕਿਉਂਕਿ ਪਦਾਰਥਾਂ ਦੀ ਪਿਆਸਾ ਬੁਝਦੀ ਨਹੀਂ ਹੈ। ਇਸ ਕਰਕੇ ਇਸ ਜ਼ੁਬਾਨ ਦੇ ਨਾਲ ਪ੍ਰਮਾਤਮਾ ਨੂੰ ਸੰਭਾਲਣਾ ਕਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ ਮਾਹੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਇੱਕ ਓੰਕਾਰ ਤੋਂ ਲੈ ਕੇ 18 10 20 1430 ਅੰਗ ਨੇ ਜਿਹੜੇ ਸਰੂਪ ਦੇ ਆਪਾਂ ਹੁਣ ਦਰਸ਼ਨ ਕਰਦੇ। ਜਿਹੜੇ ਪੁਰਾਤਨ ਸਰੂਪ ਸਨ ਹੱਥ ਲਿਖਤ ਸਿੱਖਾਂ ਨੇ ਲਿਖੇ, ਉਹਨਾਂ ਦੀ ਗਿਣਤੀ ਵੱਧ ਘੱਟ ਅੰਗਾਂ ਦੀ, ਕਿਸੇ ਦੇ ਅੰਗ ਕਿੰਨੇ ਕਿਸੇ ਦੇ ਅੰਗ ਕਿੰਨੇ, ਉਹ ਲਿਖਾਰੀ ਦੇ ਲਿਖਣ ਦੇ ਉੱਪਰ ਨਿਰਭਰ ਹੈ। ਕਿਸੇ ਨੇ ਮੋਟੀ ਲਿਖਾਈ ਕੀਤੀ ਹੈ, ਕੋਈ ਬਰੀਕ ਕਰਦਾ, ਉਹਦੇ ਮੁਤਾਬਕ ਅੰਗ ਵੱਧ ਗਏ। ਔਰ ਇਹ ਜਿਹੜੇ ਅੱਜ ਆਪਾਂ ਸਰੂਪ ਦੇ ਦਰਸ਼ਨ ਕਰਦੇ ਇਹ ਮਸ਼ੀਨ ਦੇ ਨਾਲ ਲਿਖੇ ਜਾਂਦੇ, ਇਸ ਕਰਕੇ ਇਹਨਾਂ ਦੀ ਲਿਖਾਈ ਸਾਰਿਆਂ ਦੀ ਬਰਾਬਰ ਹੈ। 1430 ਅੰਗ ਇਸ ਬਾਣੀ ਦੇ। ਕਹਿਣ ਲੱਗੇ ਜਿੰਨੀ ਬਾਣੀ ਹੈ ਭਗਤ ਉਪਦੇਸ਼ ਅਦਕ ਅਦਕਾਏ, ਇਹਦੇ ਵਿੱਚ ਭਗਤੀ ਦਾ ਉਪਦੇਸ਼ ਹੈ। ਅਦਕ ਤੋਂ ਅਦਕ, ਬਹੁਤੇ ਤੋਂ ਬਹੁਤਾ, ਬਹੁਤੇ ਤੋਂ ਬਹੁਤਾ ਭਗਤੀ ਦਾ ਉਪਦੇਸ਼ ਹੈ ਗੁਰਬਾਣੀ ਦੇ ਵਿੱਚ।
ਆਪਾਂ ਜਿੱਥੇ ਵੀ ਬਾਣੀ ਪੜ੍ਹਦੇ ਆ ਨਾ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਬਚਨ ਪੜ੍ਹਦੇ ਆ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਥਾਵਾਂ ਥਾਵਾਂ ਤੇ ਭਗਤੀ ਦੀ ਗੱਲ ਕੀਤੀ ਹੈ। ਇੱਕ ਤਾਂ ਸਤਨਾਮ ਕੋ ਸਿਮਰਨ, ਇੱਕ ਤੇ ਸਿੱਖ ਨੇ ਨਾਮ ਦਾ ਸਿਮਰਨ ਕਰਨਾ ਹੈ। ਨਾਮ ਜੋ ਗੁਰੂ ਕੋਲੋਂ ਮਿਲੇ, ਉਹ ਨਾਮ ਸਾਨੂੰ ਮਿਲਿਆ ਵਾਹਿਗੁਰੂ ਮੰਤਰ। ਕਹਿਣ ਲੱਗੇ ਵਾਹਿਗੁਰੂ ਮੰਤਰ ਦਾ ਇੱਕ ਸਿਮਰਨ ਕਰਨਾ ਹੈ। ਲਿਵ ਲਗਾਏ ਨਹਿ ਤਿਆਗੈ ਨਿਸ ਦਿਨ, ਤੇ ਲਿਵ ਲਗਾ ਕੇ, ਲਿਵ ਤੋਂ ਭਾਵ ਧਿਆਨ ਲਾ ਕੇ ਪਰਮਾਤਮਾ ਦੇ ਨਾਮ ਨੂੰ ਜਪੇ, ਔਰ ਨਹਿ ਤਿਆਗੈ, ਕਦੇ ਛੱਡੇ ਨਾ। ਮੰਨ ਲਓ ਵੀ ਅੱਜ ਆਪਾਂ ਧਿਆਨ ਲਾਇਆ, ਆਪਣਾ ਲੱਗਾ ਨਹੀਂ, ਆਪਾਂ ਹੁਣ ਕੀ ਕਰੀਏ? ਹੁਣ ਧਿਆਨ ਆਪਾਂ ਲਾਉਣਾ ਹੀ ਨਹੀਂ। ਪਾਤਸ਼ਾਹ ਕਹਿਣ ਲੱਗੇ ਧਿਆਨ ਭਾਵੇਂ ਲੱਗੇ ਤੇ ਭਾਵੇਂ ਨਾ ਲੱਗੇ, ਧਿਆਨ ਭਾਵੇਂ ਜੁੜੇ ਤੇ ਭਾਵੇਂ ਨਾ ਜੁੜੇ, ਤੇਰਾ ਕੰਮ ਹੈ ਕਰਮ ਕਰਨਾ, ਫਲ ਦੇਣਾ ਪ੍ਰਮਾਤਮਾ ਦਾ ਕੰਮ ਹੈ। ਮਾਲੀ ਦਾ ਕੰਮ ਹੈ ਬੂਟਾ ਲਾਉਣਾ, ਮਾਲੀ ਦਾ ਕੰਮ ਹੈ ਪਾਣੀ ਪਾਉਣਾ, ਮਾਲੀ ਦਾ ਕੰਮ ਹੈ ਬੂਟੇ ਦੀ ਵਾੜ ਕਰਨੀ, ਰੱਖਿਆ ਕਰਨੀ। ਬੂਟੇ ਨੂੰ ਫਲ ਲੱਗੇਗਾ ਨਹੀਂ ਲੱਗੇਗਾ, ਇਹ ਪ੍ਰਮਾਤਮਾ ਦੇ ਵੱਸ ਵਿੱਚ ਹੈ, ਮਾਲੀ ਦੇ ਵੱਸ ਵਿੱਚ ਨਹੀਂ। ਇਸੇ ਤਰ੍ਹਾਂ ਗੁਰਮੁਖਾ, ਤੇਰਾ ਯਤਨ ਇਹ ਹੈ ਵੀ ਧਿਆਨ ਜੋੜਨਾ, ਧਿਆਨ ਜੋੜਨ ਵਾਸਤੇ ਬੈਠਣਾ, ਤੂੰ ਬੈਠਿਆ ਕਰ। ਧਿਆਨ ਨਹੀਂ ਜੁੜਿਆ, ਅੱਜ ਨਹੀਂ ਜੁੜਿਆ ਤੇ ਕੱਲ ਜੁੜੇਗਾ, ਕਦੇ ਜੁੜੇਗਾ, ਪਰਮਾਤਮਾ ਆਪੇ ਜੋੜੇਗਾ। ਪਰ ਤੇਰਾ ਕੰਮ ਹੈ ਇਕਾਂਤ ਵਿੱਚ ਬੈਠਣਾ, ਯਤਨ ਕਰਨਾ। ਜੇ ਅੱਜ ਆਪਾਂ ਜਪਜੀ ਸਾਹਿਬ ਦਾ ਪਾਠ ਕੀਤਾ, ਮੰਨ ਲਓ ਗੁਰਬਾਣੀ ਦਾ ਪਾਠ ਕਰਦਿਆਂ ਸਾਡਾ ਮਨ ਹੀ ਨਹੀਂ ਜੁੜਿਆ, ਆਪਾਂ ਕੱਲ ਨੂੰ ਇਹ ਗੱਲ ਕਹੀਏ ਵੀ ਹੁਣ ਤੇ ਮੈਂ ਪਾਠ ਕਰਨਾ ਹੀ ਨਹੀਂ, ਕਿਉਂ? ਕਿਉਂਕਿ ਮਨ ਨਹੀਂ ਜੁੜਿਆ। ਇਸ ਤਰ੍ਹਾਂ ਨਹੀਂ ਹੱਲ ਹੋਵੇਗਾ। ਤੂੰ ਗੁਰਬਾਣੀ ਦਾ ਪਾਠ ਕਰੀ ਚੱਲ, ਮਨ ਦਾ ਧਿਆਨ ਗੁਰੂ ਆਪੇ ਜੋੜੇਗਾ। ਅੱਜ ਨਹੀਂ ਤੇ ਕੱਲ, ਕਦੇ ਸਮਾਂ ਆਵੇਗਾ। ਇਸ ਤਰ੍ਹਾਂ ਕਮਾਈ ਦੇ ਨਾਲ ਪ੍ਰਾਪਤੀ ਹੈ। ਦੁਤੀਏ ਭਾਣ ਪ੍ਰਭ ਕੋ ਮਾਨੇ, ਅਤੇ ਦੂਜਾ ਬਚਨ ਕੀ ਹੈ? ਪਹਿਲਾ ਬਚਨ ਇਹ ਹੈ ਵੀ ਲਿਵ ਲਾਉਣੀ ਹੈ, ਦੂਜਾ ਬਚਨ ਹੈ ਵੀ ਭਾਣਾ ਮੰਨਣਾ। ਇਹ ਮਹਾਰਾਜ ਦਾ ਉਪਦੇਸ਼ ਹੈ ਵੀ ਭਾਣਾ ਸਿੱਖ ਨੇ ਮੰਨਣਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਪਰਮਾਤਮਾ ਜੋ ਤੈਨੂੰ ਭਾਉਂਦਾ ਨਾ ਉਹ ਸਭ ਤੋਂ ਚੰਗਾ ਉਹ ਹੀ ਹੈ। ਤੁਮ ਕਰੋ ਹੋ ਭਲਾ, ਕਿਉਂਕਿ ਤੁਸੀਂ ਕਰਦੇ ਹੀ ਭਲਾ ਹੋ, ਤੁਸੀਂ ਮਾੜਾ ਕਰਦੇ ਹੀ ਨਹੀਂ ਕਿਸੇ ਦਾ। ਇਸ ਕਰਕੇ ਉਹਦੇ ਭਾਣੇ ਵਿੱਚ ਰਵੇ, ਉਹਦੀ ਰਜਾ ਵਿੱਚ ਰਹਿਣਾ ਕਰੇ। ਪ੍ਰਭ ਕ੍ਰਿਤ ਤੇ ਔਰ ਹਰਖ ਸੁਠਾਨੇ, ਪਰਮਾਤਮਾ ਜੋ ਕਰਦਾ ਉਹਦੇ ਉੱਪਰ ਸ਼ੁਕਰ ਕਰੇ, ਚੰਗਾ ਕਰੇ ਵੀ ਪਰਮਾਤਮਾ ਨੇ ਜੋ ਕੀਤਾ ਉਹ ਚੰਗਾ ਕੀਤਾ ਹੈ। ਸਮਝਣ ਵਾਸਤੇ ਇੱਕ ਸਾਖੀ ਵਿਦਵਾਨਾਂ ਨੇ ਬਣਾਈ ਹੈ ਕਿ ਦੋ ਇਹੋ ਜਿਹੇ ਬੱਚੇ ਪੈਦਾ ਹੋਏ ਜਿਨ੍ਹਾਂ ਦੀਆਂ ਪਿੱਠਾਂ ਜੁੜੀਆਂ ਹੋਈਆਂ, ਪਿੱਠ ਜੁੜੀ ਹੋਈ ਹੈ, ਸਰੀਰ ਦੋਨਾਂ ਦਾ ਇਕੱਠਾ ਹੈ। ਦੋਨਾਂ ਵਿੱਚੋਂ ਇੱਕ ਦਿਨੇ ਰਾਤ ਕਹਿੰਦਾ ਪਰਮਾਤਮਾ ਬੜਾ ਮਾੜਾ, ਪਰਮਾਤਮਾ ਨੇ ਵੇਖੋ ਮੈਨੂੰ ਪਤਾ ਨਹੀਂ ਕਿਹੜੀ ਸਜ਼ਾ ਦਿੱਤੀ ਹੈ, ਮੇਰਾ ਸਰੀਰ ਦੂਜੇ ਭਾਈ ਦੇ ਨਾਲ ਜੁੜਿਆ ਹੋਇਆ, ਮੈਂ ਵੱਖਰਾ ਕਿਤੇ ਜਾ ਹੀ ਨਹੀਂ ਸਕਦਾ। ਸਿਆਣਿਆਂ ਨੇ ਕਹਿਣਾ ਰੱਬ ਨੂੰ ਦੋਸ਼ ਨਹੀਂ ਦੇਈਦਾ। ਕਹਿਣ ਲੱਗਾ ਦੋਸ਼ ਕਿਉਂ ਨਾ ਦੇਵਾਂ, ਮੈਂ ਤੇ ਦੇਵਾਂਗਾ, ਇਹਦੇ ਤੋਂ ਮਾੜਾ ਮੇਰਾ ਰੱਬ ਹੋਰ ਕੀ ਕਰੇਗਾ? ਇਦੋਂ ਮਾੜਾ ਤੇ ਨਹੀਂ ਨਾ ਕਰ ਸਕਦਾ, ਬਹੁਤ ਮਾੜਾ ਪਹਿਲਾਂ ਹੀ ਕਰ ਚੁੱਕਿਆ। ਜਿਹੜਾ ਦੂਜਾ ਨਾਲ ਸਰੀਰ ਜੁੜਿਆ ਉਹ ਕਹਿੰਦਾ ਵੀ ਪ੍ਰਮਾਤਮਾ ਦਾ ਧੰਨਵਾਦ ਹੈ, ਮੇਰਾ ਕੋਈ ਕਰਮ ਸੀ ਜੋ ਪ੍ਰਮਾਤਮਾ ਮੈਨੂੰ ਇਸੇ ਜਨਮ ਦੇ ਵਿੱਚ ਭੁਗਤਾ ਕੇ ਮੈਨੂੰ ਕਰਮ ਤੋਂ ਬਚਾਉਂਦਾ ਪਿਆ ਹੈ। ਸ਼ੁਕਰ ਹੈ ਪ੍ਰਮਾਤਮਾ ਦਾ, ਜੋ ਉਹਨੇ ਕੀਤਾ ਚੰਗਾ ਕੀਤਾ। ਸਰੀਰ ਦੋਨਾਂ ਦੇ ਜੁੜੇ ਹੋਏ ਨੇ, ਇੱਕ ਆਖਦਾ ਵੀ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ, ਦੂਜਾ ਆਖਦਾ ਵੀ ਬੜਾ ਮਾੜਾ ਕੀਤਾ, ਹੁਣ ਮੇਰਾ ਰੱਬ ਹੋਰ ਕੀ ਵਿਗਾੜੇਗਾ? ਗੁਰਮੁਖੋ ਸਮਾਂ ਬਤੀਤ ਹੋਇਆ, ਜਿਹੜਾ ਆਖਦਾ ਨਾ ਵੀ ਪਰਮਾਤਮਾ ਨੇ ਜੋ ਕੀਤਾ ਚੰਗਾ ਕੀਤਾ, ਰੱਬ ਉਹਦੀ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਨੂੰ ਉਸ ਸਰੀਰ ਵਿੱਚੋਂ ਬਾਹਰ ਕੱਢ ਲਿਆ। ਉਹਨੇ ਵੀ ਆ ਜਾ ਭਾਈ, ਤੈਨੂੰ ਇਸ ਸਰੀਰ ਵਿੱਚ ਲੈਣ ਦੀ ਲੋੜ ਨਹੀਂ, ਤੂੰ ਆ ਜਾ ਮੇਰੇ ਕੋਲ। ਉਹ ਤੇ ਉਸ ਸਰੀਰ ਤੋਂ ਬਾਹਰ ਨਿਕਲ ਗਿਆ, ਮੁਕਤ ਹੋ ਗਿਆ। ਜਿਹੜਾ ਕਹਿੰਦਾ ਸੀ ਵੀ ਪਰਮਾਤਮਾ ਮੇਰਾ ਹੋਰ ਕੀ ਵਿਗਾੜ ਸਕਦਾ ਹੈ, ਹੁਣ ਉਹ ਦੂਜੇ ਦੇ ਮੁਰਦੇ ਸਰੀਰ ਨੂੰ ਨਾਲ ਖਿੱਚੀ ਫਿਰਦਾ ਹੈ, ਚੁੱਕੀ ਬੈਠਾ ਹੈ, ਹੋਰ ਬਿਪਤਾ ਵਿੱਚ ਪੈ ਗਿਆ। ਸਤਿਗੁਰੂ ਕਹਿਣ ਲੱਗੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰੇ, ਇਹ ਜਾਣੇ ਵੀ ਰੱਬ ਜੋ ਕਰਦਾ ਨਾ ਬੜਾ ਚੰਗਾ ਹੀ ਕਰਦਾ ਪਿਆ ਹੈ, ਚੰਗਾ ਚੰਗਾ ਹੀ ਕਵੇ ਵੀ ਬੜਾ ਚੰਗਾ ਕੀਤਾ ਹੈ। ਪ੍ਰੀਤੀਏ ਤਨ ਹੰਤਾ ਕੋ ਤਿਆਗੇ, ਅਤੇ ਬਚਨ ਇਹ ਹੈ ਵੀ ਖੁਸ਼ ਹੋਵੇ, ਪਰਮਾਤਮਾ ਤੂੰ ਕੀਤਾ ਬੜਾ ਚੰਗਾ ਕੀਤਾ, ਇਸ ਤਰ੍ਹਾਂ ਜਾਣ ਕੇ ਖੁਸ਼ ਹੋਵੇ। ਅਗਲਾ ਬਚਨ ਇਹ ਹੈ ਤਨ ਦੀ ਹੰਤਾ, ਸਰੀਰ ਦਾ ਹੰਕਾਰ ਜਿਹੜਾ ਕਦੇ ਨਹੀਂ ਕਰਨਾ ਹੈ, ਕਿਉਂਕਿ ਸਰੀਰ ਦਾ ਹੰਕਾਰ ਤੇਰੇ ਮਨ ਵਿੱਚ ਵਿਕਾਰ ਲੈ ਕੇ ਆਵੇਗਾ। ਪੈਂਦੇ ਖਾਨ ਕਹਿਣ ਲੱਗਾ ਮਹਾਰਾਜ ਮੇਰੇ ਵਿੱਚ ਜ਼ੋਰ ਬੜਾ, ਤਾਕਤ ਬੜੀ ਹੈ,
ਮੇਰੇ ਵਰਗਾ ਤਕੜਾ ਸਰੀਰ ਕਿਸੇ ਦਾ ਹੈ ਹੀ ਨਹੀਂ, ਪਰ ਮੈਨੂੰ ਨਾਲ ਵਕਾਰ ਵੀ ਫੁਰਦੇ ਪਏ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਕੁਸ਼ਤੀ ਕਰਦੇ ਨਾ ਪੈਂਦੇ ਖਾਨ ਦੇ ਨਾਲ, ਤੇ ਸਤਿਗੁਰੂ ਪੈਂਦੇ ਖਾਨ ਨੂੰ ਢਾਹ ਲਿਆ ਕਰਦੇ ਕੁਸ਼ਤੀ ਕਰਦਿਆਂ। ਇੱਥੋਂ ਇਹ ਸਾਬਤ ਹੋ ਗਿਆ ਵੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪੈਂਦੇ ਖਾਨ ਨਾਲੋਂ ਵੀ ਤਕੜੇ। ਪੈਂਦੇ ਖਾਨ ਨੇ ਪੁੱਛਿਆ, ਕਹਿਣ ਲੱਗਾ, ਮਹਾਰਾਜ ਮੇਰਾ ਸਰੀਰ ਬੜਾ ਬਲ ਵਾਲਾ, ਮੈਨੂੰ ਬੜੇ ਵਕਾਰ ਫੁਰਦੇ ਨੇ, ਤੁਸੀਂ ਮੇਰੇ ਨਾਲੋਂ ਵੀ ਬਹੁਤੇ ਬਲ ਵਾਲੇ ਹੋ, ਤੁਹਾਨੂੰ ਨਹੀਂ ਵਕਾਰ ਫੁਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਨ ਜੇ ਸਰੀਰ ਦਾ ਹੰਕਾਰ ਕਰੀਏ ਫਿਰ ਤੇ ਵਕਾਰ ਫੁਰਦੇ, ਪਰ ਜੇ ਸਰੀਰ ਦੇ ਨਾਲ ਨਾਲ ਇਹ ਜਾਣੀਏ ਮਨ ਦੇ ਵਿੱਚ ਵੀ ਇਹ ਸਰੀਰ ਨਾਸਵੰਤ ਹੈ, ਪਤਾ ਨਹੀਂ ਕਦੋਂ ਇਹਨੇ ਨਾਸ ਹੋ ਜਾਣਾ, ਕਦੋਂ ਮੌਤ ਆ ਜਾਣੀ ਹੈ, ਫਿਰ ਵਕਾਰ ਦਾ ਕਦੇ ਖਿਆਲ ਵੀ ਨਹੀਂ ਆਉਂਦਾ ਹੈ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਤ੍ਰਿਤੀਏ ਤਨ ਹੰਤਾ ਕੋ ਤਿਆਗੇ। ਤੀਜਾ ਬਚਨ ਇਹ ਹੈ ਕਿ ਤਨ ਦੀ ਜਿਹੜੀ ਹੰਗਤਾ ਹੈ, ਹੰਕਾਰ, ਉਸ ਨੂੰ ਛੱਡਣਾ ਕਰੇ, ਉਸ ਦਾ ਮਾਨ ਨਾ ਕਰੇ। ਤਜ ਕੂਰੇ ਸੱਚ ਪਰ ਅਨੁਰਾਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤਜ ਕੂਰੇ, ਝੂਠ ਨੂੰ ਛੱਡ ਦੇਵੇ, ਝੂਠ ਦੀ ਸੰਗਤ ਨਾ ਕਰੇ। ਝੂਠ ਨੂੰ ਛੱਡਣਾ ਇਹ ਸਾਡਾ ਉਪਦੇਸ਼ ਹੈ। ਅਤੇ ਇਸੇ ਤਰ੍ਹਾਂ ਸੱਚ ਪਰ ਅਨੁਰਾਗੇ, ਸੱਚ ਦੇ ਉੱਪਰ ਹੀ ਪਹਿਰਾ ਦੇਵੇ ਹਰ ਵੇਲੇ। ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਬਚਨ ਮਹਾਰਾਜ ਜੀ ਦਾ। ਝੂਠ ਨੇ ਅੱਜ ਨਹੀਂ ਤੇ ਕੱਲ ਟੁੱਟ ਜਾਣਾ ਹੈ, ਪਰ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਬਚਨ ਮਹਾਰਾਜ ਜੀ ਦੇ। ਕਹਿਣ ਲੱਗੇ ਕਲਯੁਗ ਦਾ ਸਮਾਂ ਹੁਣ ਸੱਚ ਸੁਣਾਉਣ ਦਾ ਸਮਾਂ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਬਾਬਰ ਨੂੰ ਉਹਦੇ ਮੂੰਹ ਤੇ ਆਖਿਆ ਸੀ, ਕਹਿਣ ਲੱਗੇ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਜ਼ੁਲਮ ਕਰਨ ਵਾਲਾ। ਐਡਾ ਵੱਡਾ ਬਚਨ ਇੱਕ ਰਾਜੇ ਨੂੰ ਕਹਿ ਦੇਣ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਹੁਣ ਸੱਚ ਸੁਣਾਉਣ ਦਾ ਸਮਾਂ ਹੈ। ਇਹ ਵੇਲਾ ਐਸਾ ਬਣਿਆ ਹੈ। ਗੁਰੂ ਕਾ ਸਿੱਖ ਸੱਚ ਬੋਲੇ, ਝੂਠ ਨੂੰ ਛੱਡ ਦੇਣਾ ਕਰੇ। ਇਹ ਤਿੰਨੋਂ ਮੈਂ ਪਰਪੱਕ ਹੋਏ। ਇਹ 3 ਗੁਣ ਧਾਰਨ ਕਰਨੇ ਨੇ। ਪਹਿਲਾ ਗੁਣ ਕੀ ਹੈ? ਪਹਿਲਾ ਗੁਣ ਇਹ ਹੈ ਕਿ ਲਿਵ ਲਾਉਣੀ ਤੇ ਸਤਨਾਮ ਜਪਣਾ। ਦੂਜਾ ਗੁਣ ਇਹ ਹੈ ਭਾਣਾ ਮੰਨਣਾ ਤੇ ਪ੍ਰਮਾਤਮਾ ਜੋ ਕਰਦਾ ਉਹਦੇ ਤੇ ਖੁਸ਼ ਰਹਿਣਾ। ਤੀਜਾ ਬਚਨ ਮਹਾਰਾਜ ਜੀ ਦਾ, ਸਰੀਰ ਦਾ ਹੰਕਾਰ ਕਦੇ ਨਹੀਂ ਕਰਨਾ, ਝੂਠ ਨੂੰ ਛੱਡਣਾ ਤੇ ਸੱਚ ਨੂੰ ਗ੍ਰਹਿਣ ਕਰਨਾ। ਇਹ ਤੀਜਾ ਬਚਨ ਹੈ। ਜਿਹੜਾ ਵਿਅਕਤੀ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਪਰਪੱਕ ਹੋ ਜਾਏਗਾ, ਇਹਨਾਂ ਤਿੰਨਾਂ ਬਚਨਾਂ ਦੇ ਉੱਪਰ ਪਹਿਰਾ ਦਿੰਦਾ ਹੈ, ਬ੍ਰਹਮ ਗਿਆਨ ਅਧਿਕਾਰੀ ਹੋਏ। ਉਹ ਜਿਹੜਾ ਵਿਅਕਤੀ ਹੈ ਬ੍ਰਹਮ ਗਿਆਨ ਦਾ ਅਧਿਕਾਰੀ ਹੋਵੇਗਾ। ਜੇ ਕੋਈ ਚਾਹੁੰਦਾ ਹੈ ਨਾ ਕਿ ਮੈਨੂੰ ਬ੍ਰਹਮ ਗਿਆਨ ਹੋ ਜਾਵੇ, ਗੁਰਮੁਖੋ ਬ੍ਰਹਮ ਗਿਆਨ ਇੱਕ ਐਸੋ ਜੀ ਦਾਤ ਹੈ ਜਿਹੜੀ ਤੁਹਾਨੂੰ ਜੰਮਣ ਤੇ ਮਰਨ ਤੋਂ ਮੁਕਤ ਕਰਦੀ ਹੈ। ਦੁਨੀਆ ਵਿੱਚੋਂ ਜੇ ਮੁਕਤੀ ਲੈਣੀ ਹੈ ਤੇ ਕੇਵਲ ਦੁਨੀਆ ਵਿੱਚ ਮੁਕਤੀ ਬ੍ਰਹਮ ਗਿਆਨੀ ਨੂੰ ਮਿਲਦੀ ਹੈ। ਬ੍ਰਹਮ ਗਿਆਨੀ ਤੋਂ ਛੁੱਟ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਇਹੋ ਸੰਸਾਰ ਵਿਕਾਰ ਸੰਸ਼ੇ ਮੈਂ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰਾਂ ਦਾ ਭਰਿਆ ਹੈ, ਪਰ ਇਸ ਨੂੰ ਬ੍ਰਹਮ ਗਿਆਨੀ ਮਹਾਂਪੁਰਖ ਨੇ ਤਰਿਆ ਹੈ। ਉਹ ਬ੍ਰਹਮ ਦੀ ਅਵਸਥਾ ਮਹਾਰਾਜ ਸਿੱਖ ਨੂੰ ਬਖਸ਼ਿਸ਼ ਕਰ ਦਿੰਦੇ। ਜੇ ਤੂੰ ਬ੍ਰਹਮ ਦੇ ਵਿੱਚ ਅਭੇਦ ਹੋਣਾ ਚਾਹੁੰਦਾ ਹੈ, ਮੁਕਤ ਹੋਣਾ ਚਾਹੁੰਦਾ ਹੈ, ਪਹਿਲਾ ਬਚਨ ਇਹ ਹੈ ਵੀ ਸਤਨਾਮ ਦਾ ਸਿਮਰਨ ਕਰਨਾ। ਦੂਜਾ ਬਚਨ ਇਹ ਹੈ ਵੀ ਸੱਚੇ ਨਾਮ ਦੇ ਵਿੱਚ ਲਿਵ ਲਾਉਣੀ। ਤੀਜਾ ਬਚਨ ਇਹ ਹੈ ਰੱਬ ਦਾ ਭਾਣਾ ਮੰਨਣਾ। ਚੌਥਾ ਬਚਨ ਇਹ ਹੈ ਵੀ ਰੱਬ ਦੇ ਕੀਤੇ ਉੱਪਰ ਖੁਸ਼ ਹੋ ਜਾਣਾ, ਵੀ ਜੋ ਕਰਦਾ ਉਹ ਠੀਕ ਕਰਦਾ ਹੈ। ਪੰਜਵਾਂ ਬਚਨ ਮਹਾਰਾਜ ਜੀਆਂ ਨੇ ਵੀ ਸਰੀਰ ਦਾ ਹੰਕਾਰ ਨਹੀਂ ਕਰਨਾ। ਛੇਵਾਂ ਬਚਨ ਮਹਾਰਾਜ ਜੀ ਦਾ ਵੀ ਝੂਠ ਨਹੀਂ ਬੋਲਣਾ। ਤੇ ਸੱਤਵਾਂ ਬਚਨ ਮਹਾਰਾਜ ਦਾ ਸੱਚ ਦੇ ਨਾਲ ਪਿਆਰ ਕਰਨਾ। ਜੇ ਤੂੰ ਇਹ 7 ਬਚਨ ਮਹਾਰਾਜ ਦੇ ਮੰਨ ਲਵੇਂਗਾ ਤੇ ਫਿਰ ਤੈਨੂੰ ਬ੍ਰਹਮ ਦੀ ਅਵਸਥਾ ਮਹਾਰਾਜ ਬਖਸ਼ਦੇ ਹਨ। ਰਹਿ ਚਤੁਸ਼ਟ ਸਾਧਨ ਹਿਰਦੈ, ਤੇ ਫਿਰ ਸਾਰੇ ਜਿਹੜੇ ਸਾਧਨ ਨੇ ਉਹ ਫੁਰ ਜਾਂਦੇ ਹਨ। ਲਖੈ ਉਚਿਤ ਉਪਦੇਸ਼ਨ ਤਦੈ, ਗੁਰਮੁਖੋ ਵਿਰਾਗ ਵਿਵੇਕ ਖਟ ਸਮਤੀ ਮੋਖ ਇੱਛਾ, ਇਹ ਸਾਰੀਆਂ ਦਾਤਾਂ ਉਸ ਵੇਲੇ ਪ੍ਰਾਪਤ ਹੁੰਦੀਆਂ ਹਨ। ਸ਼ਰਨ ਪਰਿਓ ਸਿੱਖ ਕੋ ਪਹਿਚਾਨ, ਮਹਾਰਾਜ ਵੀ ਜਾਣਦੇ ਵੀ ਇਹ ਸਾਡਾ ਸਿੱਖ ਸ਼ਰਨ ਵਿੱਚ ਪੈ ਗਿਆ ਹੈ। ਪਰੇ ਕੋ ਬੰਧਨ ਕਰੈ ਪ੍ਰਹਾਨ, ਇਹ ਜਿਹੜੇ ਖੋਟੇ ਬੰਧਨ ਪੈ ਨੇ ਨਾ, ਸਤਿਗੁਰੂ ਸਾਰੇ ਨਾਸ ਕਰ ਦਿੰਦੇ। ਬਚਨ ਮਹਾਰਾਜ ਜੀ ਦਾ, ਸਤਿਗੁਰ ਸਿੱਖ ਕੈ ਬੰਧਨ ਘਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਇਹ ਗੁਰਬਾਣੀ ਦਾ ਬਚਨ। ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਰਹਿੰਦੇ, ਸਤਿਗੁਰੂ ਉਹਨਾਂ ਦੇ ਸਾਰੇ ਬੰਧਨ ਜਿਹੜੇ ਪਏ ਹੋਏ, ਪਰਿਵਾਰ ਦੇ
ਤੇ ਜਾਂ ਕਹਿ ਲਈਏ ਧੰਦਿਆਂ ਦੇ ਬੰਧਨ ਸਾਰੇ ਕੱਟੇ ਜਾਂਦੇ ਹਨ। ਅਸ ਦਸ ਗੁਰ ਸਾਚੇ ਪਤ ਸਾਹ। ਇਸ ਤਰ੍ਹਾਂ ਭਾਈ 10 ਗੁਰੂ ਸਾਹਿਬਾਨ ਜਿਹੜੇ ਸੱਚੇ ਪਾਤਸ਼ਾਹ ਸੱਚੇ ਗੁਰੂ ਹਨ, ਸਿਮਰੋ ਵਾਹਿਗੁਰੂ ਗੁਰ ਵਾਹਿ। ਤੇ ਪਾਤਸ਼ਾਹ ਕਹਿਣ ਲੱਗੇ ਵੀ ਗੁਰੂ ਦਾ ਜਿਹੜਾ ਵਾਕ ਹੈ ਨਾ, ਵਾਹਿਗੁਰੂ ਵਾਕ ਜਿਹੜਾ ਗੁਰੂ ਦਾ, ਉਸ ਦਾ ਸਿਮਰਨ ਕਰੇ, ਸਿਮਰਨ ਕਰਕੇ ਆਪਣਾ ਭਲਾ ਕਰ ਲਵੇ। ਸੋ ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ, ਇਹ ਇੱਕ ਗੁਰੂ ਸਾਹਿਬਾਨ ਦੇ ਨਹੀਂ, ਇਹ 10 ਗੁਰੂ ਸਾਹਿਬਾਨ ਦੇ ਬਚਨ ਮਹਾਰਾਜ ਸਾਹਿਬ ਜੀ ਕਹਿਣ ਲੱਗੇ। ਥਾਵਾਂ ਥਾਵਾਂ ਦੇ ਉੱਪਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਰਾਹੀਂ ਮਹਾਰਾਜ ਫਿਰ ਸਾਨੂੰ ਇਹ ਬਚਨ ਬਖਸ਼ਿਸ਼ ਕਰਦੇ ਰਹਿੰਦੇ। ਉਹਨਾਂ ਬਚਨਾਂ ਦੀ ਜਿਹੜੀ ਕਮਾਈ ਹੈ ਉਹ ਗੁਰੂ ਕਾ ਸਿੱਖ ਫਿਰ ਕਰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀਆਂ ਨੇ ਇਸ ਤਰੀਕੇ ਦੇ ਨਾਲ ਇਹ ਸਾਨੂੰ ਦਾਤਾਂ ਜਿਹੜੀਆਂ ਬਖਸ਼ਿਸ਼ ਕੀਤੀਆਂ ਹਨ। ਇਨਕੀ ਗਤ ਸ਼੍ਰੀ ਨਾਨਕ ਕਹੀ। ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ। ਅਹੰ ਬ੍ਰਹਮਾਸਮ ਆਪੇ ਹੋਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਹੰ ਬ੍ਰਹਮ ਅਸਮੀ, ਕਿ ਮੈਂ ਹੀ ਬ੍ਰਹਮ ਹਾਂ। ਫਿਰ ਇਹ ਅਵਸਥਾ ਬਣ ਜਾਂਦੀ ਹੈ। ਗਿਆਨਵਾਨ ਕੀ ਬਨੈ ਨ ਰੀਸ। ਗਿਆਨਵਾਨ ਜਿਹੜੇ ਮਹਾਂਪੁਰਖ ਨੇ ਉਹਨਾਂ ਦੀ ਰੀਸ ਨਹੀਂ ਹੁੰਦੀ ਹੈ। ਹੋਏ ਕੂੜਨ ਕੀ ਕੂਰੀ ਠੀਸ। ਜਿਹੜੇ ਕੂੜ ਝੂਠੇ ਨੇ ਉਹਨਾਂ ਦੀ ਰੀਸ ਵੀ ਕਰਨੀ ਝੂਠੀ ਹੈ ਤੇ ਉਹ ਆਪ ਵੀ ਨਾਸਵੰਤ ਹਨ। ਸ਼੍ਰੀ ਮੁਖ ਵਾਕ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੇ, ਜਿਹੜੇ ਗੁਰੂ ਦੁਆਰਾ ਉਸ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਹਨ ਅਤੇ ਉਹਨਾਂ ਦੇ ਮਨ ਜਿਹੜੇ ਨੇ ਗੁਰੂ ਸਿਫਤ ਵਿੱਚ ਸੁਚੇਤ ਨਹੀਂ ਹੋਏ, ਸਾਵਧਾਨ ਨਹੀਂ ਹੋਏ ਹਨ। ਛੁੱਟੇ ਤਿਲ ਬੁਆੜ ਜਿਉ ਮਹਾਰਾਜ ਕਹਿਣ ਲੱਗੇ ਉਹਨਾਂ ਦੀ ਹਾਲਤ ਤਿਲ ਬੁਆੜ ਵਰਗੀ ਹੈ। ਗੁਰਮੁਖੋ ਤਿਲਾਂ ਦਾ ਖੇਤ ਹੁੰਦਾ ਹੈ ਨਾ, ਤੇ ਕਿਸਾਨ ਜਦੋਂ ਤਿਲਾਂ ਦੀ ਖੇਤੀ ਨੂੰ ਕੱਟਦਾ, ਕੁਝ ਤਿਲ ਉਹ ਨੇ ਜਿਨ੍ਹਾਂ ਦੀਆਂ ਡੋਡੀਆਂ ਦੇ ਵਿੱਚ ਤਿਲ ਨਹੀਂ ਹੁੰਦੇ, ਕੇਵਲ ਕਾਲੀ ਸਵਾਹ ਭਰ ਜਾਂਦੀ ਹੈ। ਕਿਸਾਨ ਕੀ ਕਰਦਾ ਹੈ, ਜਿਨ੍ਹਾਂ ਤਿਲ ਦੇ ਖੇਤਾਂ ਵਿੱਚ ਡੋਡੀਆਂ ਵਿੱਚ ਤਿਲ ਪਏ ਹੋਏ ਉਹ ਤਿਲ ਤੇ ਕੱਟ ਲੈ ਜਾਂਦੇ। ਜਿਹੜੇ ਤਿਲ ਦੇ ਵਿੱਚ ਦਾਣੇ ਨਹੀਂ ਪਏ, ਕੇਵਲ ਸਵਾਹ ਦਾ ਹੀ ਭਰਿਆ ਹੈ, ਉਹਨੂੰ ਖੇਤ ਵਿੱਚ ਛੱਡ ਦਿੱਤਾ ਜਾਂਦਾ ਹੈ। ਉਹਨੂੰ ਤਿਲ ਬੁਆੜ ਕਿਹਾ ਜਾਂਦਾ ਹੈ। ਉਹ ਵਿਚਾਰਾ ਇਕੱਲਾ ਹੀ ਤਿਲ ਦਾ ਬੂਟਾ, ਕਿਉਂਕਿ ਫਲ ਨਹੀਂ ਨਾ ਲੱਗਾ, ਤਿਲ ਨਹੀਂ ਲੱਗੇ, ਉਹ ਬੂਟੇ ਨੂੰ ਕਾਲੀ ਸਵਾਹ ਦੇ ਨਾਲ ਉਹਦੀਆਂ ਫਲੀਆਂ ਭਰ ਗਈਆਂ। ਜ਼ਿਮੀਂਦਾਰ ਉਹ ਬੂਟਾ ਖੇਤ ਵਿੱਚ ਹੀ ਛੱਡ ਦਿੰਦਾ ਵੀ ਇਹਦਾ ਮੈਂ ਕੀ ਕਰਨਾ ਹੈ। ਉਹ ਵਿਚਾਰਾ ਇਕੱਲਾ ਬੂਟਾ ਹੀ ਖੇਤ ਵਿੱਚ ਹਿਲਦਾ ਰਹਿੰਦਾ, ਪਸ਼ੂਆਂ ਦੇ ਪੈਰਾਂ ਥੱਲੇ ਆਉਂਦਾ ਰਹਿੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਛੁੱਟੇ ਤਿਲ ਬੁਆੜ ਜਿਉ, ਜਿਵੇਂ ਡੋਡੀਆਂ ਸਵਾਹ ਦੀਆਂ ਭਰੀਆਂ ਤਿਲ ਦੇ ਬੂਟੇ ਦੀਆਂ, ਤੇ ਜ਼ਿਮੀਂਦਾਰ ਉਸ ਨੂੰ ਖੇਤ ਵਿੱਚ ਇਕੱਲਾ ਛੱਡ ਦਿੰਦਾ ਹੈ। ਸੁਣਿਏ ਅੰਦਰ ਖੇਤ। ਉਹ ਸੁਣਿਏ ਖੇਤ ਵਿੱਚ ਬਾਕੀ ਤੇ ਸਾਰੀ ਫਸਲ ਵੱਢ ਲਈ ਹੈ, ਸਾਰੇ ਤਿਲ ਇਕੱਠੇ ਕਰਕੇ ਜ਼ਿਮੀਂਦਾਰ ਆਪਣੇ ਘਰ ਲੈ ਗਿਆ, ਪਰ ਜਿਸ ਬੂਟੇ ਨੂੰ ਤਿਲ ਲੱਗੇ ਹੀ ਨਹੀਂ, ਸਵਾਹ ਦਾ ਹੀ ਭਰਿਆ ਰਿਹਾ, ਉਹ ਵਿਚਾਰਾ ਸੁੰਨੇ ਖੇਤ ਅੰਦਰ ਇਕੱਲਾ ਹੀ ਬੂਟਾ ਖਲੋਤਾ ਹਿੱਲੀ ਜਾਂਦਾ, ਇਕੱਲਾ ਹੀ ਰਹਿ ਜਾਂਦਾ, ਪਸ਼ੂਆਂ ਦੇ ਪੈਰਾਂ ਥੱਲੇ ਲਤੜਿਆ ਜਾਂਦਾ ਹੈ। ਖੇਤੈ ਅੰਦਰ ਛੁੱਟਿਆ। ਮਹਾਰਾਜ ਕਹਿਣ ਲੱਗੇ ਐਸ ਸੰਸਾਰ ਵੀ ਇਹ ਖੇਤ ਹੈ, ਇਹ ਸੰਸਾਰ ਵਿੱਚ ਜਿਹੜੇ ਬੰਦਗੀ ਕਰਦੇ ਉਹ ਛੁੱਟ ਜਾਂਦੇ ਹਨ। ਕਹਿ ਨਾਨਕ ਸੋ ਨਾਹ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਨਾਲ ਪ੍ਰਮਾਤਮਾ ਉਹ ਛੁੱਟਦੇ ਹਨ। ਫੁੱਲੀਐ ਵਪੜੇ। ਜਿਹੜੇ ਵਪੜੇ ਵਿਚਾਰੇ ਫਲਾਂ ਦੇ ਸਮੇਤ ਹੁੰਦੇ ਹਨ। ਭੀ ਤਨ ਵਿੱਚ ਸੁਆਹਾ। ਤੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਰੂਪੀ ਕਮਾਈ ਦੇ ਨਾਲ ਨੇ, ਜਿਨ੍ਹਾਂ ਜਿਵੇਂ ਬਚਨ ਆ ਗਿਆ ਨਾ ਵੀ ਜਿਹੜਾ ਤਿਲ ਤੇ ਦਾਣਿਆਂ ਦਾ ਭਰਿਆ ਉਹਨੂੰ ਤੇ ਜ਼ਿਮੀਂਦਾਰ ਸਾਂਭ ਲੈਂਦਾ ਹੈ, ਜਿਹੜੇ ਸਰੀਰ ਬੰਦਗੀ ਦੇ ਨਾਲ ਭਰੇ ਨੇ ਉਹਨਾਂ ਨੂੰ ਪਰਮਾਤਮਾ ਸਾਂਭ ਲੈਂਦਾ ਹੈ, ਪਰ ਜਿਹੜੇ ਸਰੀਰ ਉਸ ਤਿਲ ਬੁਆੜ ਵਾਂਗੂ ਕੇਵਲ ਸਵਾਹ ਦੇ ਭਰੇ ਹੋਏ, ਕਾਮ ਦੇ ਭਰੇ, ਕ੍ਰੋਧ ਦੇ ਭਰੇ, ਲੋਭ ਮੋਹ ਤੇ ਹੰਕਾਰ ਦੇ ਭਰੇ ਹੋਏ, ਜਿਹੜੇ ਇਸ ਤਰ੍ਹਾਂ ਸਵਾਹ ਦੇ ਭਰੇ ਹੋਏ ਵਿਕਾਰਾਂ ਦੇ, ਉਹ ਸੰਸਾਰ ਰੂਪੀ ਖੇਤ ਵਿੱਚ ਇਕੱਲੇ ਹੀ ਤੁਰੇ ਫਿਰਦੇ, ਡਾਵਾਂ ਡੋਲ ਹੁੰਦੇ ਰਹਿੰਦੇ, ਇਹ ਵਿਕਾਰਾਂ ਰੂਪੀ ਪਸ਼ੂਆਂ ਦੇ ਪੈਰਾਂ ਥੱਲੇ ਆਉਂਦੇ ਰਹਿੰਦੇ। ਐਸੀ ਉਹਨਾਂ ਦੀ ਹਾਲਤ ਹੈ। ਚੌਪਈ ਪੜ੍ਹੇ ਗ੍ਰੰਥ ਬਨ ਬੈਠੇ ਗਿਆਨੀ। ਮਹਾਰਾਜ ਕਹਿਣ ਲੱਗੇ ਕੁਝ ਲੋਕ ਉਹਨੇ ਪੜ੍ਹੇ ਗ੍ਰੰਥ, ਕੁਝ ਗ੍ਰੰਥ ਪੜ੍ਹ ਲੈ ਤੇ ਗ੍ਰੰਥ ਪੜ੍ਹ ਕੇ ਕਹਿੰਦੇ ਵੀ ਅਸੀਂ ਗਿਆਨੀ ਬਣ ਗਏ। ਹਾਂ, ਗ੍ਰੰਥ ਪੜ੍ਹ ਕੇ ਗਿਆਨੀ ਬਣ ਕੇ ਬੈਠਦੇ ਹਨ। ਨਾ ਜੁਗਤਨ ਕਰੈ ਬਖਾਨੀ। ਅਨੇਕ ਤਰ੍ਹਾਂ ਦੀਆਂ ਜੁਗਤੀਆਂ ਦੱਸਦੇ ਵੀ ਰੱਬ ਨਾਲ ਧਿਆਨ ਕਿਵੇਂ ਜੋੜੀਦਾ ਹੈ। ਸੰਤ ਬਾਬਾ ਈਸਰ ਸਿੰਘ ਜੀ ਮਹਾਂਪੁਰਖ ਬੈਠੇ ਹੋਏ ਨਾ, ਤੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੇ ਵਿਦਵਾਨ ਕਥਾ ਕਰਦੇ ਪਏ। ਕਥਾ ਦੇ ਦੁਆਰਾ ਉਹਨਾਂ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਤੇ ਪਰਲੋਕ ਦਾ ਰਾਹ ਦੱਸਿਆ ਵੀ ਪਰਲੋਕ ਵਿੱਚ ਕਿਵੇਂ ਜਾਈਦਾ ਹੈ। ਤੇ ਸਾਰੀ ਸੰਗਤ ਸੁਣਦੀ ਪਈ, ਮਹਾਤਮਾ ਮਹਾਂਪੁਰਖ ਵੀ ਸੁਣਦੇ ਪਏ। ਜਦੋਂ ਸਮਾਪਤੀ ਹੋਈ ਤੇ ਉਹਨਾਂ ਨੇ ਬੁਲਾ ਕੇ ਪੁੱਛਿਆ, ਕਹਿਣ ਲੱਗੇ ਵੀ ਗਿਆਨੀ ਜੀ ਤੁਸੀਂ ਕਥਾ ਬੜੀ ਸੋਹਣੀ ਕੀਤੀ ਹੈ,
ਬੜਾ ਸੋਹਣਾ ਰਸਤਾ ਦੱਸਿਆ, ਬੜੀਆਂ ਦਲੀਲ ਦੇ ਕੇ ਗੱਲਾਂ ਕੀਤੀਆਂ। ਇਹ ਜਿੰਨਾ ਤੁਸੀਂ ਇਤਿਹਾਸ ਦੱਸਿਆ ਹੈ, ਤੁਸੀਂ ਇਹ ਰਸਤਾ ਆਪ ਵਿਖਿਆ ਇਸ ਤਰੀਕੇ ਦੇ ਨਾਲ ਪ੍ਰਾਪਤੀ ਕਰਕੇ। ਤੇ ਉਹਨਾਂ ਨੇ ਸੱਚੀ ਬਚਨ ਕਿਹਾ, ਕਹਿਣ ਲੱਗੇ ਜੀ ਵੇਖਿਆ ਤੇ ਮੈਂ ਕੁਝ ਵੀ ਨਹੀਂ, ਮੈਂ ਤੇ ਸਭ ਕੁਝ ਗ੍ਰੰਥਾਂ ਵਿੱਚੋਂ ਪੜ੍ਹਿਆ ਹੈ, ਗ੍ਰੰਥਾਂ ਵਿੱਚ ਇਸ ਤਰ੍ਹਾਂ ਲਿਖਿਆ ਤੇ ਮੈਂ ਪੜ੍ਹਿਆ, ਮੈਂ ਸੁਣਾ ਦਿੱਤਾ ਪਰ ਮੈਂ ਆਪ ਨਹੀਂ ਵੇਖਿਆ। ਤੇ ਉਹ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਬਚਨ ਇਹ ਹੈ ਜਿਵੇਂ ਤੁਸੀਂ ਸੁਣਾਇਆ ਹੈ ਨਾ, ਹੈ ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੁਸੀਂ ਪੜ੍ਹਿਆ ਹੈ ਤੇ ਸੁਣਾਇਆ, ਅਸੀਂ ਵੇਖਿਆ ਹੈ, ਬਿਲਕੁਲ ਹੈ ਇਸੇ ਤਰ੍ਹਾਂ। ਗੁਰਮੁਖੋ ਜਿਹੜੇ ਮਹਾਂਪੁਰਖ ਹੁੰਦੇ ਉਹਨਾਂ ਦੀ ਕਮਾਈ ਹੁੰਦੀ ਹੈ, ਜੋ ਲਿਖਿਆ ਉਹਨਾਂ ਨੇ ਕਮਾਇਆ ਹੁੰਦਾ। ਜਿਹੜਾ ਗਿਆਨੀ ਪੁਰਸ਼ ਹੁੰਦਾ ਹੈ ਉਹ ਕੇਵਲ ਪੜ੍ਹ ਕੇ ਸੁਣਾਉਣ ਤੱਕ ਸੀਮਤ ਹੈ, ਉਹਨੂੰ ਆਪ ਅੱਗੇ ਪਰਲੋਕ ਦੀ ਸਮਝ ਨਹੀਂ ਹੁੰਦੀ ਵੀ ਅੱਗੇ ਪਰਲੋਕ ਵਿੱਚ ਕੀ ਹੋਣਾ ਹੈ। ਪਰ ਜਿਹੜੇ ਮਹਾਤਮਾ ਹੁੰਦੇ ਬੰਦਗੀ ਵਾਲੇ, ਉਹ ਬੰਦਗੀ ਕਰਕੇ ਇਸ ਅਵਸਥਾ ਵਿੱਚ ਪਹੁੰਚ ਜਾਂਦੇ, ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ। ਅਹੰ ਬ੍ਰਹਮਾਸਮ ਕਹਿ ਸੁਨਾਏ। ਇਸ ਕਰਕੇ ਜਿਹੜਾ ਬੰਦਗੀ ਕਰਦਾ ਉਹ ਕਹਿੰਦਾ ਅਹੰ ਬ੍ਰਹਮ ਅਸਮੀ, ਭਾਵ ਕਿ ਮੈਂ ਹੀ ਬ੍ਰਹਮ ਹਾਂ, ਮੈਂ ਹੀ ਪਰਮਾਤਮਾ ਹਾਂ, ਮੈਂ ਹੀ ਰੱਬ ਹਾਂ। ਜਿਹਨੂੰ ਇਹ ਪ੍ਰਾਪਤੀ ਹੋ ਜਾਂਦੀ ਉਹ ਫਿਰ ਜਾਣ ਲੈਂਦਾ ਹੈ। ਤਨ ਹੰਤਾ ਨਹਿ ਛੁਟੀ ਬਲਾਏ। ਤੇ ਫਿਰ ਕਹਿਣ ਲੱਗੇ ਵੀ ਉਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਜਿਹੜੀ ਤਨ ਹੰਤਾ ਹੈ ਇਹ ਫਿਰ ਉਹਨਾਂ ਦੀ ਛੁੱਟ ਜਾਂਦੀ ਹੈ। ਤਿਨ ਮੈਂ ਸਾਰ ਨਾ ਪਈਅਤ ਕੈਸੇ। ਪਰ ਜਿਹੜੇ ਨਹੀਂ ਇਹਨਾਂ ਬਚਨਾਂ ਦੀ ਕਮਾਈ ਕਰਦੇ, ਕੁਝ ਗਿਆਨੀ ਪੁਰਸ਼ ਉਹ ਨੇ ਕੇਵਲ ਗ੍ਰੰਥਾਂ ਤੱਕ ਪੜ੍ਹਨ ਤੱਕ ਸੀਮਤ ਨੇ, ਗਿਆਨ ਪ੍ਰਾਪਤ ਹੋ ਗਿਆ ਪਰ ਪਰਲੋਕ ਦੀ ਸੋਝੀ ਨਹੀਂ। ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਫਿਰ ਸਾਰ ਦੀ ਤਤ ਗਿਆਨ ਦੀ ਪ੍ਰਾਪਤੀ ਨਹੀਂ ਹੈ। ਅਸਮ ਬੁਆੜ ਤਿਲਨ ਮੈਂ ਜੈਸੇ। ਜਿਵੇਂ ਤਿਲ ਦੇ ਖੇਤ ਵਿੱਚ, ਤਿਲਾਂ ਦੇ ਖੇਤ ਵਿੱਚ ਬੂਟਾ ਜ਼ਰੂਰ ਤਿਲਾਂ ਦਾ ਉੱਗਿਆ ਪਰ ਉਹਦੀਆਂ ਡੋਡੀਆਂ ਦੇ ਵਿੱਚ ਤਿਲ ਨਹੀਂ ਲੱਗੇ, ਸਗੋਂ ਸਵਾਹ ਭਰ ਗਈ ਹੈ। ਉਹਨਾਂ ਜੀਵਾਂ ਦੀ ਹਾਲਤ ਇਹੋ ਜਿਹੀ ਹੈ, ਉਹਨਾਂ ਦਾ ਜੀਵਨ ਸਵਾਹ ਦੇ ਵਾਂਗ ਵਿਕਾਰਾਂ ਦਾ ਕਾਲਖ ਦਾ ਭਰਿਆ ਹੋਇਆ ਹੈ। ਕਿਦੋਂ ਗਿਆਨ ਬ੍ਰਿਤ ਕਾਚੀ ਰਹੀ। ਜਾਂ ਫਿਰ ਉਹਨਾਂ ਦੀ ਗਿਆਨ ਦੇ ਵਿੱਚ ਬਿਰਤੀ ਕੱਚੀ ਰਹਿ ਜਾਂਦੀ ਹੈ। ਫਿਰਤਾ ਭਲੇ ਨ ਮੰਨੇ ਲਹੀ। ਅਤੇ ਨਾ ਮਨ ਟਿਕਿਆ ਤੇ ਨਾ ਹੀ ਉਸ ਵੇਲੇ ਮਨ ਦੇ ਵਿੱਚ ਕੋਈ ਜਾਣਕਾਰੀ ਹੈ। ਕਰਮਨ ਮਹਿ ਨਿਸੰਗ ਹੋਏ ਵਰਤਾ। ਐਸੇ ਜੇ ਲੋਕ ਜਿਹੜੇ ਨੇ ਉਹ ਕਰਮਾਂ ਵਿੱਚ ਨਿਸੰਗ ਹੋ ਕੇ ਵਰਤ। ਜਿਹੜਾ ਗਿਆਨੀ ਪੁਰਸ਼ ਹੈ ਨਾ, ਮਹਾਂਪੁਰਖ ਹੈ, ਬੰਦਗੀ ਵਾਲਾ, ਉਹ ਕਰਮ ਨੂੰ ਸੰਕੋਚ ਨਾਲ ਕਰਦਾ ਹੈ। ਪਰ ਜਿਹੜੇ ਅਗਿਆਨੀ ਬੇਸਮਝ ਨੇ ਉਹ ਕਹਿਣ ਲੱਗੇ ਵੀ ਹੁੰਦਾ ਜੋ ਕਰੀ ਚਲੋ, ਵੇਖਾਂਗੇ ਬਾਅਦ ਵਿੱਚ ਕਿਵੇਂ ਲੇਖਾ ਜੋਖਾ ਹੋਵੇਗਾ। ਗੁਰਮੁਖੋ ਕਸਾਈ ਹੈ ਨਾ, ਰੋਜ਼ ਕਿੰਨੇ ਮੁਰਗੇ ਵੱਢਦਾ, ਕਿੰਨੇ ਬੱਕਰੇ ਵੱਢਦਾ। ਹੁਣ ਜੀਵ ਹੱਤਿਆ ਦੇ ਪਾਪ ਤੇ ਲੱਗਣਾ, ਪਰ ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਵੇਖਾਂਗੇ ਜਦੋਂ ਪਾਪ ਲੱਗੇਗਾ। ਜਿਹੜਾ ਪਾਪੀ ਪੁਰਸ਼ ਹੈ ਉਹ ਪਾਪ ਕਰਨ ਤੋਂ ਪਿੱਛੇ ਨਹੀਂ ਹਟਦਾ, ਕਹਿਣ ਲੱਗਾ ਜਦੋਂ ਲੇਖਾ ਹੋਵੇਗਾ ਵੇਖੀ ਜਾਏਗੀ, ਪਰ ਹੁਣ ਤੇ ਕਰੀਏ ਨਾ ਤਗੜੇ ਹੋ ਕੇ। ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਬੜਾ ਮਾੜਾ। ਜਿਹੜਾ ਬੰਦਾ ਬੰਦਗੀ ਕਰਨ ਵਾਲਾ ਨਾ ਉਹਨੂੰ ਲੱਗਦਾ ਵੀ ਇਹ ਜੀਵ ਹੱਤਿਆ ਕਰਦਾ, ਬੜਾ ਪਾਪ ਕਰਦਾ ਪਿਆ। ਪਰ ਜਿਹੜਾ ਹੱਥ ਵਿੱਚ ਟੋਕਾ ਫੜ ਕੇ ਲੱਗਾ ਨਾ ਉਹ ਕਹਿਣ ਲੱਗਾ ਮੈਨੂੰ ਤੇ ਕੰਮ ਹੀ ਬੜਾ ਚੰਗਾ ਲੱਗਦਾ। ਪਾਪ ਹੈ ਬੜਾ ਮਾੜਾ ਪਰ ਪਾਪੀ ਪੁਰਸ਼ ਨੂੰ ਉਹ ਬੜਾ ਹੀ ਚੰਗਾ ਲੱਗਦਾ। ਪਾਤਸ਼ਾਹ ਕਹਿਣ ਲੱਗੇ ਬਚਨ ਜਾਂ ਕਰਮਨ ਮਹਿ ਨਿਸੰਗ ਹੋਏ ਵਰਤੈ। ਜਿਹੜਾ ਪਾਪੀ ਹੈ ਜਾਂ ਜਿਹਦੀ ਬੰਦਗੀ ਨਹੀਂ ਹੈ ਉਹ ਕਰਮਾਂ ਨੂੰ ਨਿਸ਼ੰਕ ਹੋ ਕੇ ਕਰਦਾ, ਕਹਿੰਦਾ ਕਰੀ ਚੱਲੋ ਤਗੜੇ ਹੋ ਕੇ, ਬਾਅਦ ਵਿੱਚ ਵੇਖਾਂਗੇ ਕੀ ਬਣਦਾ ਹੈ। ਉਹ ਕਰਮ ਕਰਨ ਤੋਂ ਡਰਦਾ ਨਹੀਂ ਹੈ। ਬਹਿ ਸੋ ਜਨਮ ਮਰਨ ਕੀ ਸਰਿਤਾ। ਤੇ ਫਿਰ ਐਸੇ ਜਿਹੜੇ ਲੋਕ ਨੇ ਉਹ ਜੰਮਣ ਮਰਨ ਦੀ ਨਦੀ ਵਿੱਚ ਫਿਰ ਵਹਿ ਜਾਂਦੇ। ਜੰਮ ਕੇ ਆਉਣਾ, ਮਰ ਕੇ ਜਾਣਾ, ਫਿਰ ਉਹ ਲੇਖਾ ਖਤਮ ਨਹੀਂ ਨਾ ਹੋਵੇਗਾ। ਸਦਨੇ ਕਸਾਈ ਨੂੰ ਵੀ ਤੇ ਬੱਕਰੇ ਨੇ ਆਖਿਆ ਸੀ ਨਾ, ਕਹਿਣ ਲੱਗਾ ਸਦਨਿਆ ਪਤਾ ਨਹੀਂ ਤੂੰ ਮੈਨੂੰ ਕਿੰਨੀ ਵਾਰੀ ਮਾਰਿਆ, ਮੈਂ ਤੈਨੂੰ ਕਿੰਨੀ ਵਾਰੀ ਮਾਰਿਆ ਹੈ। ਜਿਹੜੇ ਜੀਵ ਹੱਤਿਆ ਕਰਦੇ, ਜਿਵੇਂ ਨਦੀ ਦਾ ਪਾਣੀ ਰੁੜਿਆ ਜਾਂਦਾ ਨਾ ਹਰ ਵੇਲੇ, ਇਸ ਤਰ੍ਹਾਂ ਫਿਰ ਉਹ ਜਿਹੜੇ ਲੋਕ ਨੇ ਜੰਮਣ ਮਰਨ ਵਿੱਚ ਰੁੜੇ ਜਾਂਦੇ ਹਰ ਵੇਲੇ। ਇੱਕ ਜਨਮ ਮਿਲਿਆ, ਫਿਰ ਦੂਜਾ ਮਿਲ ਗਿਆ, ਤੀਜਾ ਮਿਲ ਗਿਆ, ਵਾਰ-ਵਾਰ ਜਨਮਾਂ ਵਿੱਚ ਆਉਂਦੇ ਹਨ। ਸੁਨੋ ਖਾਲਸਾ ਸਤਿਗੁਰ ਮਤ। ਇਸ ਕਰਕੇ ਇਹ ਖਾਲਸਾ ਜੀ, ਸਤਿਗੁਰਾਂ ਦੀ ਜਿਹੜੀ ਮੱਤ ਹੈ ਨਾ, ਗਿਆਨ ਸਮਝ ਉਸ ਨੂੰ ਸੁਣਨਾ ਕਰੋ। ਜਿਸ ਤੇ ਜੀਵ ਪਾਏ ਸਦਗਤ। ਜੇ ਆਪਾਂ ਸਤਿਗੁਰਾਂ ਦੇ ਬਚਨ ਸੁਣਾਂਗੇ ਤੇ ਸਤਿਗੁਰੂ ਫਿਰ ਇਸ ਜੀਵ ਨੂੰ ਸਦਗਤ ਬਖਸ਼ਿਸ਼ ਕਰਦੇ, ਸਦੀਵ ਕਾਲ ਵਾਸਤੇ ਮੁਕਤੀ ਬਖਸ਼ਿਸ਼ ਕਰਦੇ ਹਨ। ਵੇਦ ਸ਼ਾਸਤਰ ਕੋ ਸਾਰ ਨਿਕਾਰ। ਵੇਦ ਤੇ ਸ਼ਾਸਤਰ ਜਿਹੜੇ ਨੇ ਇਹਨਾਂ ਵਿੱਚ ਵੀ ਗਿਆਨ ਲਿਖਿਆ, ਪਰ ਗੁਰਮੁਖੋ ਬਚਨ ਇਹ ਹੈ, ਪਹਿਲੀ ਤੇ ਗੱਲ ਹੈ ਵੀ ਸਾਡੇ ਕੋਲੋਂ ਵੇਦ ਪੜ੍ਹਿਆ ਹੀ ਨਹੀਂ ਜਾਣਾ। ਜਿਹੋ ਜਿਹਾ ਸਮਾਂ ਅੱਜ ਚੱਲਦਾ ਪਿਆ, ਇੱਥੇ ਸਾਡੇ ਤੋਂ ਪੰਜਾਬੀ ਪੜ੍ਹਨੀ ਔਖੀ ਹੋ ਗਈ ਹੈ, ਗੁਰਮੁਖੀ ਪੜ੍ਹਨੀ ਅੱਜ ਸਾਡੇ ਬੱਚਿਆਂ ਵਾਸਤੇ ਔਖੀ ਹੈ। ਵੇਦ ਅਸੀਂ ਕਿੱਥੋਂ ਪੜ੍ਹ ਲਵਾਂਗੇ? ਪਹਿਲੀ ਗੱਲ ਹੈ ਵੇਦ ਸਾਡੇ ਤੋਂ ਪੜ੍ਹਿਆ ਹੀ ਨਹੀਂ ਜਾਣਾ, ਸਾਨੂੰ ਉਹ ਭਾਸ਼ਾ ਸਮਝ ਨਹੀਂ ਆਉਣੀ ਹੈ। ਦੂਜੀ ਗੱਲ ਇਹ ਹੈ ਵੀ ਜੇ ਅਸੀਂ ਮਿਹਨਤ ਕਰਕੇ ਉਹ ਭਾਸ਼ਾ ਸਿੱਖ ਵੀ ਲਈਏ
ਤੇ ਸਾਨੂੰ ਵੇਦ ਕਿਸੇ ਨੇ ਪੜ੍ਹਨ ਨਹੀਂ ਦੇਣਾ। ਉਸੇ ਵੇਲੇ ਰੋਕ ਲੱਗ ਜਾਏਗੀ ਵੀ ਤੇਰੀ ਜਾਤ ਕੀ ਹੈ, ਤੂੰ ਕਿਹੜੀ ਜਾਤ ਦਾ ਬੰਦਾ ਹੈ, ਪਹਿਲਾਂ ਸਾਨੂੰ ਦੱਸ। ਜੇ ਤੇ ਬ੍ਰਾਹਮਣ ਹੈ ਫਿਰ ਤੇ ਵੇਦ ਪੜ੍ਹ ਲਾ, ਜੇ ਤੂੰ ਬ੍ਰਾਹਮਣ ਨਹੀਂ ਹੈ ਫਿਰ ਤੂੰ ਪੜ੍ਹ ਨਹੀਂ ਸਕਦਾ ਬਿਲਕੁਲ ਵਾਸਤੇ। ਇਹ ਦੋ ਰੁਕਾਵਟਾਂ ਨੇ ਨਾ। ਪਹਿਲੀ ਗੱਲ ਤੇ ਸਾਡੇ ਤੋਂ ਪੜ੍ਹਿਆ ਹੀ ਨਹੀਂ ਜਾਣਾ, ਦੂਜੀ ਗੱਲ ਜੇ ਅਸੀਂ ਸਿੱਖ ਵੀ ਲਈਏ ਤੇ ਸਾਨੂੰ ਪੜ੍ਹਨ ਨਹੀਂ ਦੇਣਾ। ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਇਹ ਕੀਤੀ ਹੈ, ਸਾਨੂੰ ਬੜੀ ਸੌਖੀ ਬਾਣੀ ਲਿਖ ਕੇ ਦਿੱਤੀ ਹੈ ਜਿਹੜੀ ਆਪਾਂ ਸਾਰੇ ਹੀ ਪੜ੍ਹ ਸਕਦੇ ਹਾਂ। ਸੌਖੀ ਬਾਣੀ ਹੈ ਨਾ, ਜਪਜੀ ਸਾਹਿਬ ਦਾ ਪਾਠ ਆਪਾਂ ਸਾਰੇ ਹੀ ਘਰਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ। ਇਹ ਸਤਿਗੁਰਾਂ ਨੇ ਬੜੀ ਸੌਖੀ ਬਾਣੀ ਔਰ ਨਿਚੋੜ ਕੱਢਿਆ ਸਾਰੀਆਂ ਗੱਲਾਂ ਦਾ ਕਿ ਕਿਸ ਤਰ੍ਹਾਂ ਬਾਣੀ ਪੜ੍ਹਨੀ ਹੈ, ਕਿਸ ਤਰ੍ਹਾਂ ਲਾਭ ਹੋਣਾ, ਕਿਸ ਤਰ੍ਹਾਂ ਮੁਕਤੀ ਹੋਣੀ, ਇਹ ਸਤਿਗੁਰਾਂ ਨੇ ਬਖਸ਼ਿਆ ਹੈ। ਹਿਤ ਸਿੱਖਨ ਸਤਿਗੁਰੂ ਉਚਾਰਾ, ਇਹ ਸਿੱਖਾਂ ਦੇ ਵਾਸਤੇ ਮਹਾਰਾਜ ਜੀਆਂ ਨੇ ਉਪਦੇਸ਼ ਗੁਰਬਾਣੀ ਅੰਦਰ ਬਖਸ਼ਿਆ ਹੈ। ਸਕਲ ਮਤਨ ਕੋ ਮਿਲਿਓ ਪਛਾਨੋ, ਗੁਰਮੁਖੋ ਵੱਖਰੇ ਵੱਖਰੇ ਗ੍ਰੰਥਾਂ ਦਾ ਵੱਖਰਾ ਵੱਖਰਾ ਮਤ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕੋ ਹੀ ਮਤ ਹੈ। ਸਾਰੇ ਸਿਧਾਂਤ ਇਹਦੇ ਵਿੱਚੋਂ ਮਿਲਦੇ ਹਨ ਅਰ ਸਭ ਤੇ ਨਿਆਰੋ ਤੇ ਪਹਿਚਾਨੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਸਿਧਾਂਤ ਹੈ ਵੀ ਨਿਆਰਾ। ਜਿਹੜੇ ਕਰਮਕਾਂਡ ਕਰਨੇ ਗੁਰਮੁਖੋ ਬੜੇ ਔਖੇ, ਜਿਵੇਂ ਵੇਦਾਂ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ ਬੰਦੇ ਨੂੰ ਰੁੱਖ ਦੇ ਨਾਲ ਪੁੱਠਾ ਲਟਕ ਕੇ ਮੰਤਰ ਪੜ੍ਹਨਾ ਚਾਹੀਦਾ। ਸ਼ਾਸਤਰਾਂ ਵਿੱਚ ਲਿਖਿਆ ਬੰਦੇ ਨੂੰ ਸਿਆਲ ਵਿੱਚ ਠੰਡੇ ਪਾਣੀ ਵਿੱਚ ਖੜ ਕੇ ਮੰਤਰ ਪੜ੍ਹਨਾ ਚਾਹੀਦਾ। ਸ਼ਾਸਤਰਾਂ ਵਿੱਚ ਲਿਖਿਆ ਵੀ ਜੂਨ ਦੇ ਮਹੀਨੇ ਜਦੋਂ ਗਰਮੀ ਹੋਵੇ ਅੱਗ ਦੀ ਧੂਣੀ ਤਾ ਕੇ ਤੇ ਉਹਦੇ ਕੋਲ ਖੜ ਕੇ ਮੰਤਰ ਪੜ੍ਹਨਾ ਚਾਹੀਦਾ। ਇਸ ਤਰ੍ਹਾਂ ਦੀਆਂ ਵਿਧੀਆਂ ਲਿਖੀਆਂ ਹੋਈਆਂ, ਪਰ ਆਪਾਂ ਕਿਵੇਂ ਕਰਾਂਗੇ? ਪੂਰੀ ਠੰਡ ਦੇ ਵਿੱਚ ਤੇ ਤੱਤੇ ਪਾਣੀ ਨਾਲ ਨਹਾਉਣਾ ਔਖਾ, ਪਰ ਠੰਡੇ ਪਾਣੀ 'ਚ ਖੜਾਂਗੇ ਤੇ ਕਿਵੇਂ ਸਾਡੇ ਹੱਡ ਗੋਡੇ ਚੱਲਣਗੇ? ਪੂਰੀ ਗਰਮੀ ਦੇ ਵਿੱਚ ਪੱਖੇ ਥੱਲੇ ਬੈਠਣਾ ਔਖਾ, ਪਰ ਜੇ ਅੱਗ ਬਾਲ ਕੇ ਬਹਿਣਾ ਪਵੇ ਤੇ ਹੋਰ ਮੁਸੀਬਤ ਹੈ। ਸਾਡੇ ਤੋਂ ਸਿੱਧੇ ਖੜੇ ਨਹੀਂ ਹੋਇਆ ਜਾਂਦਾ, ਰੁੱਖ ਨਾਲ ਅਸੀਂ ਕਿੱਥੋਂ ਪੁੱਠੇ ਲੜਕ ਲਵਾਂਗੇ? ਪਰ ਉਹਨਾਂ ਸ਼ਾਸਤਰਾਂ ਵਿੱਚ ਲਿਖਿਆ ਵੀ ਇਸ ਤਰ੍ਹਾਂ ਕਰਕੇ ਮੰਤਰ ਪੜ੍ਹੋਗੇ ਤੇ ਲਾਭ ਮਿਲੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਜਨ ਇਹ ਹੈ ਕਿ ਮੇਰੇ ਸਿੱਖ ਨੂੰ ਨਾ ਰੁੱਖ ਨਾਲ ਲੜਕਣ ਦੀ ਲੋੜ ਹੈ ਚਮਗਿੱਦੜ ਦੇ ਵਾਂਗ, ਨਾ ਮੇਰੇ ਸਿੱਖ ਨੂੰ ਠੰਡੇ ਪਾਣੀ ਵਿੱਚ ਖੜਨ ਦੀ ਲੋੜ ਹੈ, ਨਾ ਅੱਗ ਦੀ ਧੂਣੀ ਤਾਉਣ ਦੀ ਲੋੜ ਹੈ। ਮੇਰਾ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ, ਇਹ ਸਾਰੇ ਪਦਾਰਥ ਉਹਨੂੰ ਇਸੇ ਪਾਠ ਵਿੱਚੋਂ ਹੀ ਮਿਲ ਜਾਣੇ, ਉਹਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਐਸੀ ਇਹ ਮਹਾਰਾਜ ਜੀਆਂ ਨੇ ਸਾਨੂੰ ਦਾਤ ਦਿੱਤੀ ਹੈ, ਵੱਖਰਾ ਰਸਤਾ ਦਿੱਤਾ। ਗੁਰਮੁਖੋ ਬਚਨ ਇਹ ਹੈ ਵੀ ਅਮਰੂਦ ਨੂੰ ਅਮਰੂਦ ਦਾ ਫਲ ਲੱਗਾ ਹੋਇਆ, ਹੁਣ ਕੀੜੀ ਚਾਹੁੰਦੀ ਹੈ ਕਿ ਮੈਂ ਉਹ ਅਮਰੂਦ ਦਾ ਫਲ ਖਾਵਾਂ, ਪਰ ਕੀੜੀ ਨੂੰ ਉਸ ਅਮਰੂਦ ਤੱਕ ਪਹੁੰਚਦਿਆਂ ਕਈ ਦਿਨ ਲੱਗ ਜਾਂਦੇ, ਕਦੇ ਡਿੱਗਦੀ ਹੈ, ਕਦੇ ਚੱਲਦੀ ਹੈ, ਕਦੇ ਡਿੱਗਦੀ ਹੈ, ਫਿਰ ਜਾ ਕੇ ਕਿਤੇ ਪਹੁੰਚੇਗੀ ਅਮਰੂਦ ਦੇ ਫਲ ਤੱਕ। ਪਰ ਜੇ ਕਿਤੇ ਤੋਤੇ ਦੇ ਮਨ ਵਿੱਚ ਵਿਚਾਰ ਆ ਜਾਵੇ ਨਾ ਕਿ ਮੈਂ ਇਹ ਫਲ ਖਾਣਾ ਹੈ, ਤੇ ਤੋਤੇ ਨੂੰ ਕੋਈ ਟਾਈਮ ਨਹੀਂ ਲੱਗੇਗਾ, ਉਹ ਝੱਟ ਹੀ 2 ਖੰਭ ਮਾਰੇਗਾ, ਉੱਡ ਕੇ ਜਾ ਕੇ ਡਾਲ ਤੇ ਬੈਠੇਗਾ ਤੇ ਬੜੇ ਆਨੰਦ ਦੇ ਨਾਲ ਉਹ ਫਲ ਖਾ ਸਕਦਾ ਹੈ। ਇਹ ਜਿਹੜੇ ਜਪ ਤਪ ਕਰਨੇ ਇਹ ਤੇ ਕੀੜੀ ਵਾਲੀ ਚਾਲ ਹੈ। ਪਹਿਲਾਂ ਠੰਡੇ ਪਾਣੀ ਵਿੱਚ 6 ਮਹੀਨੇ ਖਲੋਤੇ ਰਹੋ, 6 ਮਹੀਨੇ ਅੱਗ ਦੇ ਕੋਲ ਬੈਠੇ ਰਹੋ, 6 ਮਹੀਨੇ ਰੁੱਖ ਦੇ ਨਾਲ ਲੜਕਦੇ ਰਹੋ, ਤੇ ਫਿਰ ਤੁਸੀਂ ਫਲ ਤੱਕ ਪਹੁੰਚਣਾ ਹੈ। ਕੀੜੀ ਵਰਗਾ ਇਹ ਪੈਂਡਾ ਤੈਅ ਹੋਵੇਗਾ। ਦੂਜੇ ਪਾਸੇ ਮਹਾਰਾਜ ਨੇ ਸਿੱਖ ਨੂੰ ਬਾਣੀ ਦਾ ਰਸਤਾ ਦੱਸਿਆ, ਇਹ ਤੇ ਪੰਛੀ ਵਰਗਾ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਬਾਣੀ ਬਾਣਾ ਪੰਖ ਪਛਾਣੋ ਸਿੱਖ ਗੁਰੂ ਕਾ ਪੰਛੀ ਜਾਣੋ। ਗੁਰੂ ਕਾ ਸਿੱਖ ਹੈ ਹੀ ਪੰਛੀ, ਬੜਾ ਸੌਖਾ ਹੈ। ਜਪਜੀ ਸਾਹਿਬ ਦਾ ਪਾਠ ਕਰੇਗਾ, ਸਾਰੇ ਸਿਧਾਂਤ ਤੈਨੂੰ ਇਹਦੇ ਵਿੱਚੋਂ ਪ੍ਰਾਪਤ ਹੋਣੇ ਹਨ। ਜਾਤ ਸ਼੍ਰਿੰਖਲਾ ਅਰ ਜਗ ਲਾਜਾ, ਕਿਉਂਕਿ ਸੰਸਾਰ ਦੇ ਵਿੱਚ ਜਾਤ ਪਾਤ ਦੇ ਸੰਗਲ ਪਏ ਹੋਏ। ਆਪਾਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਨਾ, ਸਾਨੂੰ ਸਾਰੇ ਬਰਾਬਰ, ਆਪਾਂ ਸਾਰਿਆਂ ਨੂੰ ਬਰਾਬਰਤਾ ਦਿੰਦੇ, ਇੱਕੇ ਪੰਗਤ ਵਿੱਚ ਆਪਾਂ ਬੈਠ ਕੇ ਭੋਜਨ ਛਕ ਲੈਂਦੇ, ਸੰਗਤ ਵਿੱਚ ਸਾਰੇ ਆਪਾਂ ਬੈਠੇ। ਇੱਥੇ ਗੁਰੂ ਘਰੇ ਇਹ ਨਹੀਂ ਪੁੱਛਿਆ ਜਾਂਦਾ ਵੀ ਤੇਰੀ ਜਾਤ ਕੀ ਹੈ, ਤੇਰੀ ਧਰਮ ਕੀ ਹੈ, ਤੇਰਾ ਵਰਨ ਕੀ ਹੈ, ਨਹੀਂ ਪੁੱਛਿਆ ਨਹੀਂ ਜਾਂਦਾ। ਪਰ ਗੁਰੂ ਘਰ ਨੂੰ ਛੱਡ ਕੇ ਕਿਤੇ ਬਾਹਰ ਜਾ ਕੇ ਵੇਖੋ, ਜੇ ਕਿਤੇ ਭੋਜਨ ਮਿਲ ਵੀ ਜਾਵੇ ਨਾ ਖਾਣ ਵਾਸਤੇ, ਪਹਿਲੀ ਤੇ ਗੱਲ ਵੀ ਮਿਲਦਾ ਹੀ ਨਹੀਂ। ਹੋਰ ਕਿਸੇ ਧਾਰਮਿਕ ਸਥਾਨ ਤੇ ਜੇ ਕਿਤੇ ਮਿਲ ਜਾਵੇ, ਜਿਹਦੀ ਜਾਤ ਉੱਚੀ ਹੈ ਉਹਨੂੰ ਤੇ ਪਤਲ ਵਿੱਚ ਦਿੱਤਾ ਜਾਂਦਾ ਖਾਣ ਵਾਸਤੇ, ਪਤਲਾਂ ਵਿਛਾ ਕੇ ਨਾ ਉਹਦੇ ਵਿੱਚ ਭੋਜਨ ਦਿੱਤਾ ਜਾਂਦਾ ਵੀ ਤੇਰੀ ਜਾਤ ਉੱਚੀ ਹੈ, ਤੂੰ ਪਤਲ ਵਿੱਚ ਪਾ ਕੇ ਛਕ। ਤੇ ਜਿਹਦੀ ਜਾਤ ਨੀਵੀਂ ਹੈ ਉਹਦੇ ਵਾਸਤੇ ਥੱਲੇ ਫਰਸ਼ ਤੇ ਸੁੱਟਿਆ ਜਾਂਦਾ ਵੀ ਫਰਸ਼ ਤੋਂ ਚੁੱਕ ਕੇ ਖਾ, ਤੂੰ ਥੱਲੇ ਧਰਤੀ ਤੋਂ ਚੁੱਕ ਕੇ ਖਾ। ਇਹ ਐਸੀ ਵੰਡ ਕੀਤੀ ਜਾਂਦੀ ਹੈ। ਦੂਸਰੇ ਮਤਾਂ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ, ਪਰ ਮਹਾਰਾਜ ਜੀਆਂ ਨੇ ਇਹ ਜਾਤ ਦੀ ਸ਼੍ਰਿੰਖਲਾ ਜਿਹੜੀ ਸੰਗਲ ਹੈ, ਇਹ ਸਾਰੇ ਮਹਾਰਾਜ ਨੇ ਤੋੜ ਦਿੱਤੇ। ਜਾਤ ਦਾ ਸੰਗਲ ਕੋਈ ਰਹਿਣ ਹੀ ਨਹੀਂ ਦਿੱਤਾ। ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਦੇ ਦਰ ਦੇ ਉੱਪਰ ਗੋਇੰਦਵਾਲ ਦੀ ਧਰਤੀ ਤੇ
ਬੇਅੰਤ ਲੋਕ ਦਰਸ਼ਨ ਕਰਨ ਆਉਂਦੇ ਪਰ ਪ੍ਰਸ਼ਾਦਾ ਨਹੀਂ ਛਕਦੇ। ਇੱਕ ਦੋ ਸਿਆਣੇ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਭਾਈ ਤੁਸੀਂ ਗੁਰੂ ਦੇ ਦਰਸ਼ਨ ਗੁਰੂ ਅਮਰਦਾਸ ਦੇ ਰੋਜ਼ ਕਰਦੇ ਹੋ ਪਰ ਪ੍ਰਸ਼ਾਦਾ ਨਹੀਂ ਤੁਸੀਂ ਛਕਦੇ, ਕਾਰਨ ਕੀ ਹੈ? ਕਹਿਣ ਲੱਗੇ ਵੀ ਗੁਰੂ ਅਮਰਦਾਸ ਦੇ ਦਰਸ਼ਨ ਕਰਨੇ ਇਹ ਤੇ ਸਾਡਾ ਸੁਭਾਗ ਹੈ, ਪਰ ਪ੍ਰਸ਼ਾਦਾ ਅਸੀਂ ਤਾਂ ਨਹੀਂ ਛਕਦੇ ਵੀ ਉੱਥੇ ਕਈ ਜਾਤਾਂ ਦੇ ਲੋਕ ਬੈਠੇ, ਅਸੀਂ ਕਿਉਂ ਛਕੀਏ ਉਹਨਾਂ ਵਿੱਚ ਜਾ ਕੇ। ਉਹਨਾਂ ਸਿੱਖਾਂ ਨੇ ਬਚਨ ਸੁਣਿਆ ਤੇ ਮਹਾਰਾਜ ਨੂੰ ਦੱਸਿਆ, ਸਤਿਗੁਰੂ ਤੁਹਾਡੇ ਕੋਲ ਆਉਂਦੇ ਨੇ, ਸੰਗਤ ਵਿੱਚ ਵੀ ਬੈਠਦੇ ਆ ਕੇ, ਪਰ ਕਹਿੰਦੇ ਵੀ ਪ੍ਰਸ਼ਾਦਾ ਨਹੀਂ ਅਸੀਂ ਸਾਰਿਆਂ ਨਾਲ ਛਕ ਸਕਦੇ। ਸਤਿਗੁਰਾਂ ਨੇ ਜਾਣਿਆ ਜੇ ਇਹਨਾਂ ਦੇ ਮਨ ਵਿੱਚੋਂ ਇਹ ਕੋੜ ਨਿਕਲਿਆ ਹੀ ਨਾ, ਇਹ ਜਾਤ ਪਾਤ ਨਾਲ ਬੱਧੇ ਹੀ ਰਹਿ, ਫਿਰ ਸਾਡੇ ਦਰਸ਼ਨਾਂ ਦਾ ਲਾਭ ਕੀ ਹੋਵੇਗਾ। ਉਸੇ ਵੇਲੇ ਸੇਵਾਦਾਰਾਂ ਨੂੰ ਕਹਿਣ ਲੱਗੇ ਸਾਡਾ ਦਰਵਾਜ਼ਾ ਇੱਟਾਂ ਲਾ ਕੇ ਬੰਦ ਕਰ ਦਿਓ। ਮਹਾਰਾਜ ਇੱਟਾਂ ਲਾ ਕੇ ਦਰਵਾਜ਼ਾ ਬੰਦ ਕਰਾਂਗੇ ਫਿਰ ਆਉਣਗੇ ਕਿੱਧਰ ਦੀ ਦਰਸ਼ਨ ਕਰਨ ਵਾਸਤੇ। ਪਾਤਸ਼ਾਹ ਕਹਿਣ ਲੱਗੇ ਜਿਸ ਪਾਸੇ ਲੰਗਰ ਹੈ ਉਸ ਪਾਸੇ ਕੰਧ ਤੋੜ ਕੇ ਦਰਵਾਜ਼ਾ ਬਣਾ ਦਿਓ, ਜਿਹਨੇ ਸਾਡੇ ਕੋਲ ਆਉਣਾ ਹੈ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਜਿਹੜਾ ਤੇ ਲੰਗਰ ਛਕੇਗਾ ਬੈਠ ਕੇ ਸਾਰਿਆਂ ਵਿੱਚ, ਉਹ ਤੇ ਦਰਵਾਜ਼ਾ ਲੰਘ ਕੇ ਸਾਡੇ ਵੱਲ ਆ ਜਾਵੇ ਤੇ ਸਾਡੇ ਦਰਸ਼ਨ ਕਰ ਲਵੇ। ਜਿੰਨੇ ਲੰਗਰ ਛਕਦਿਆਂ ਇਹ ਗੱਲ ਕਹਿਣੀ ਹੈ ਵੀ ਇਹ ਨੀਵੀਂ ਜਾਤ ਵਾਲਾ ਮੈਂ ਨਹੀਂ ਬੈਠਣਾ, ਉਹ ਫਿਰ ਵਾਪਸ ਹੀ ਮੁੜ ਜਾਵੇ, ਉਹ ਸਾਡੇ ਦਰਸ਼ਨ ਕਰਨ ਆਵੇ। ਉੱਥੇ ਫਿਰ ਮਹਾਰਾਜ ਨੇ ਬਚਨ ਵਰਤਿਆ ਸੀ, ਪਹਿਲੇ ਪੰਗਤ ਪਾਛੈ ਸੰਗਤ, ਪਹਿਲਾਂ ਪੰਗਤ ਹੈ ਫਿਰ ਸੰਗਤ ਹੈ, ਫਿਰ ਸਾਡੇ ਕੋਲ ਆਵੇ। ਅੱਜ ਵੀ ਤੁਸੀਂ ਗੋਇੰਦਵਾਲ ਜਾਂਦੇ ਹੋ, ਜਿੰਨੀ ਸੰਗਤ ਜਾਂਦੀ ਹੈ ਸਾਰੇ ਪਹਿਲਾਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ, ਫਿਰ ਗੁਰੂ ਦਰਬਾਰ ਦੇ ਦਰਸ਼ਨ ਕਰਦੇ। ਇਹ ਮਹਾਰਾਜ ਦੀ ਮਰਿਆਦਾ। ਇਹ ਸਤਿਗੁਰਾਂ ਨੇ ਤਾਂ ਕਾਰਜ ਕੀਤਾ ਹੈ ਕਿ ਇਹ ਜਾਤ ਪਾਤ ਦਾ ਸੰਗਲ ਤੋੜ ਕੇ ਮਹਾਰਾਜ ਜੀਆਂ ਨੇ ਸਾਨੂੰ ਬਰਾਬਰਤਾ ਬਖਸ਼ੀ ਹੈ। ਇੰਤੇ ਦੁੱਖ ਦਾਰਜ ਸਾਜਾ। ਕਹਿਣ ਲੱਗੇ ਵੀ ਇਸ ਤੋਂ ਹੋਰ ਵੀ ਜਿਹੜੇ ਬੜੇ ਬੜੇ ਭਾਰੀ ਦੁੱਖ ਤੇ ਸਜ਼ਾਵਾਂ ਹਨ, ਨਿਕਸਨ ਚਾਹਿਓ ਲੈਨ ਸੁਖ ਹੇਤ, ਤੇ ਇਹ ਨਿਕਲਣਾ ਚਾਹੁੰਦੇ ਪਰ ਸਤਿਗੁਰਾਂ ਨੇ ਕਿਰਪਾ ਕਰਕੇ ਕੱਢੇ। ਗੁਰਮੁਖੋ ਗੁਰੂ ਤੋਂ ਬਿਨਾ ਕੋਈ ਕੱਢ ਨਹੀਂ ਸਕਿਆ, ਜਾਤ ਪਾਤ ਦੇ ਸੰਗਲ ਤੋੜ ਨਹੀਂ ਸਕਿਆ। ਇੱਕ ਬ੍ਰਾਹਮਣ ਨੇ ਜਾ ਕੇ ਭਗਵਾਨ ਰਾਮਚੰਦਰ ਜੀ ਨੂੰ ਆਖਿਆ ਮੇਰਾ ਪੁੱਤਰ ਮਰ ਗਿਆ ਹੈ। ਭਗਵਾਨ ਜੀ ਪੁੱਛਣ ਲੱਗੇ ਵੀ ਮਰਿਆ ਕਿਉਂ ਹੈ? ਕਹਿਣ ਲੱਗੇ ਜੀ ਇੱਕ ਨੀਵੀਂ ਜਾਤ ਵਾਲਾ ਬੰਦਾ ਤਪ ਕਰਦਾ ਪਿਆ, ਉਹਦੇ ਤਪ ਦਾ ਅਸਰ ਇਹ ਪੈ ਗਿਆ ਵੀ ਮੇਰਾ ਪੁੱਤਰ ਮਰ ਗਿਆ। ਹੁਣ ਤੁਸੀਂ ਇਸ ਤਰ੍ਹਾਂ ਕਰੋ ਵੀ ਉਹਨੂੰ ਮਾਰ ਕੇ ਤੇ ਮੇਰਾ ਪੁੱਤਰ ਜਿਵਾਓ। ਸਮੇਂ ਦੇ ਪੈਗੰਬਰ ਨੂੰ ਗੱਲ ਮੰਨਣੀ ਪਈ, ਉਹ ਜਾਤ ਪਾਤ ਦਾ ਬੰਧਨ ਤੋੜ ਨਹੀਂ ਸਕਿਆ। ਉਸ ਗਰੀਬ ਵਿਚਾਰੇ ਬੰਦਗੀ ਕਰਦੇ ਨੂੰ ਮਾਰਿਆ ਤੇ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕੀਤਾ। ਪਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਨੇ ਜਿਨ੍ਹਾਂ ਨੇ ਜਾਤ ਪਾਤ ਦਾ ਸੰਗਲ ਰਹਿਣ ਹੀ ਕੋਈ ਨਹੀਂ ਦਿੱਤਾ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਮਹਾਰਾਜ ਨੇ ਇਹ ਹੋਕਾ ਦੇ ਕੇ ਸਾਰੀਆਂ ਰਹੁ ਰੀਤਾਂ ਤੋੜ ਦਿੱਤੀਆਂ। ਐਸੇ ਸਮਰੱਥ ਹਨ। ਨਿਕਸਨ ਚਾਹਿਓ ਲੈਨ ਸੁਖ ਹੇਤ। ਦੁਨੀਆ ਦੇ ਲੋਕ ਤੇ ਨਿਕਲਣਾ ਚਾਹੁੰਦੇ ਸੁਖ ਵਾਸਤੇ ਪਰ ਨਿਕਲਿਆ ਨਹੀਂ ਜਾਂਦਾ ਹੈ। ਅਜ ਕੁਟੰਬ ਕੋ ਬਨਿਓ ਸੁਚੇਤ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਸੰਗਤ ਵਿੱਚ ਆ ਕੇ ਫਿਰ ਸੁਚੇਤ ਸਾਵਧਾਨ ਹੋ ਕੇ ਗੁਰੂ ਦੀ ਸੰਗਤ ਨੂੰ ਪ੍ਰਾਪਤ ਕਰਦੇ ਹਨ। ਕਪਿਤ ਸਦਨ ਕੀ ਕਾਰ ਹੋਤ ਅਨਕ ਪ੍ਰਕਾਰ ਬਹੁ। ਗੁਰਮੁਖੋ ਘਰ ਦੇ ਕਈ ਤਰ੍ਹਾਂ ਦੇ ਕੰਮ ਹੁੰਦੇ। ਘਰ ਦੇ ਕੰਮ ਕਦੇ ਕੋਈ ਕੰਮ ਕਰ ਲਈਏ, ਕਦੇ ਕੋਈ ਕੰਮ ਕਰ ਲਈਏ। ਘਰ ਦੇ ਕਈ ਤਰ੍ਹਾਂ ਦੇ ਕੰਮ ਹਨ। ਕਰਤ ਕਰਤ ਹਰ ਜਾਤ ਦੁਖੀ ਮਨ ਮੈਂ। ਬੰਦਾ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਦੋਂ ਰਾਤ ਪੈ ਗਈ ਹੈ। ਸਵੇਰੇ ਫਿਰ ਉੱਠਦਾ ਫਿਰ ਲੱਗ ਪੈਂਦਾ ਕੰਮ ਕਰਨ, ਪਤਾ ਹੀ ਨਹੀਂ ਲੱਗਦਾ ਕਦੋਂ ਫਿਰ ਰਾਤ ਪੈ ਗਈ ਹੈ। ਕੰਮ ਕਰਦਿਆਂ ਕਰਦਿਆਂ ਬੰਦਾ ਇਹਨਾਂ ਕੰਮਾਂ ਵਿੱਚ ਇੰਨਾ ਦੁਖੀ ਹੋ ਜਾਂਦਾ ਹੈ ਵੀ ਹੁਣ ਸਮਾਂ ਚਾਹੁੰਦਾ ਵੀ ਕਿਤੇ 2 ਦਿਨ ਮਿਲ ਜਾਣ, ਮੈਂ ਕਿਤੇ ਪਾਸੇ ਆਸੇ ਘੁੰਮੀ ਆਵਾਂ। ਮੈਂ ਇੰਨਾ ਕੰਮ ਵਿੱਚ ਡੁੱਬ ਗਿਆ, ਇੰਨਾ ਕੰਮ ਵਿੱਚ ਪੈ ਗਿਆ। ਇਹ ਸਾਰੀ ਜ਼ਿੰਦਗੀ ਕੰਮ ਕਰਦਿਆਂ ਲੰਘ ਜਾਂਦੀ ਹੈ। ਸੁਣ ਕੇ ਸੁਖ ਪੰਥ ਕੀ ਵਡਾਈ ਆਇਓ ਖਾਲਸੇ ਮੈਂ। ਆ ਕੇ ਬੇਨਤੀ ਕਰਦੇ ਕਹਿਣ ਲੱਗੇ ਜੀ ਖਾਲਸੇ ਦੀ ਵਡਿਆਈ ਸੁਣ ਕੇ ਅਸੀਂ ਸ਼ਰਨ ਵਿੱਚ ਆਏ ਹਾਂ। ਜੀਵਕਾ ਕੀ ਚਾਹ ਬਸ ਰਹੀ ਰਹਿਣ ਦਿਨ ਮੈਂ। ਮਹਾਰਾਜ ਜੀਓ ਦਿਨੇ ਰਾਤ ਬਸ ਉਪਜੀਵਕਾ ਦੀ ਚਾਹ ਰਹੀ ਹੈ ਵੀ ਆ ਵੀ ਰੋਟੀ ਵਾਸਤੇ ਕਰ ਲਈਏ, ਆ ਵੀ ਭੋਜਨ ਰੋਟੀ ਵਾਸਤੇ ਕਰ ਲੈਣਾ ਕਰੀਏ। ਅੰਮ੍ਰਿਤ ਕੋ ਪਾਨ ਕੀਨ ਗੁਰਬਾਣੀ ਹਿਰਦੇ ਭੀਨ। ਸਤਿਗੁਰੂ ਤੁਹਾਡੇ ਕੋਲ ਆ ਕੇ ਅਸੀਂ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਸਾਡਾ ਮਨ ਗੁਰਬਾਣੀ ਵਿੱਚ ਭਿੱਜ ਗਿਆ। ਅਸੀਂ ਦਿਨੇ ਰਾਤ ਇਹ ਮਨ ਸਾਡਾ ਭਿੱਜਿਆ ਹੋਇਆ ਹੈ। ਸੁਨ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਸਾਡਾ ਮਨ ਭਿੱਜ ਗਿਆ ਤੁਹਾਡੇ ਸ਼ਬਦ ਦੇ ਅੰਦਰ। ਸਿੰਘ ਨਾਮ ਲੀਨ ਭਇਓ ਵੀਰ ਧੀਰ ਰਨ ਮੈਂ। ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੇ ਨਾਲ ਸਿੰਘ ਸ਼ਬਦ ਬਖਸ਼ਿਆ ਹੈ। ਗੁਰਮੁਖੋ ਸਿੰਘ ਨਾਮ ਸ਼ੇਰ ਦਾ ਹੈ ਔਰ ਸਿੰਘ ਨਾਮ ਰਾਜਕੁਮਾਰ ਦਾ ਹੈ। ਇਹ ਮਹਾਰਾਜ ਜੀਆਂ ਨੇ ਸਾਨੂੰ ਸਿੰਘ ਸ਼ਬਦ ਬਖਸ਼ਿਆ। ਰਾਜਕੁਮਾਰ ਉਹਨੂੰ ਕਿਹਾ ਜਾਂਦਾ ਜਿਹੜਾ ਰਾਜੇ ਦਾ ਪੁੱਤਰ ਹੋਵੇ।
ਮਹਾਰਾਜ ਨੇ ਆਖਿਆ ਨਾ ਪ੍ਰਗਟਿਓ ਖਾਲਸਾ परमात्म की मौज परमात्मा राजा ना तुम हो सब राजन के राजा ਉਹ ਰਾਜਿਆਂ ਦਾ ਰਾਜਾ ਪਰਮਾਤਮਾ। ਉਹਦੇ ਪੁੱਤਰ ਮਹਾਰਾਜ ਨੇ ਸਾਨੂੰ ਬਣਾਇਆ ਅੰਮ੍ਰਿਤ ਛਕਾ ਕੇ, ਤਾਂ ਸਾਡੇ ਨਾਮ ਦੇ ਨਾਲ ਸਿੰਘ ਲਾਇਆ ਵੀ ਰਾਜਕੁਮਾਰ। ਪਰਮਾਤਮਾ ਦੇ ਪੁੱਤਰ ਜਿਹੜਾ ਰਾਜਾ ਹੈ ਉਹਦੇ ਪੁੱਤਰ ਨੂੰ ਰਾਜਕੁਮਾਰ ਕਿਹਾ ਜਾਂਦਾ ਹੈ। ਇਹ ਸਿੰਘ ਸ਼ਬਦ ਮਹਾਰਾਜ ਨੇ ਲਾ ਕੇ ਸਾਨੂੰ ਨਵਾਜਿਆ। ਸਿੰਘ ਨਾਮ ਸ਼ੇਰ ਦਾ ਨਿਰਭੈਤਾ ਦਾ ਹੈ। ਕਿੱਡੇ ਵੱਡੇ ਸ਼ਬਦ ਮਹਾਰਾਜ ਨੇ ਸਾਨੂੰ ਜਾਤ ਪਾਤ ਮਿਟਾ ਕੇ, ਜਿੱਥੇ ਸਿੰਘ ਸ਼ਬਦ ਲੱਗ ਗਿਆ ਉੱਥੇ ਕੁਝ ਹੋਰ ਲਾਉਣ ਦੀ ਲੋੜ ਨਹੀਂ ਹੈ। ਪਰ ਗੁਰਮੁਖੋ ਅਸੀਂ ਤੇ ਅਜੇ ਵੀ ਮੈਂ ਫਲਾਣਾ ਹਾਂ, ਮੈਂ ਢਿਮਕਾ ਹਾਂ ਨਾਂ ਦੇ ਨਾਲ ਅਜੇ ਵੀ ਜਾਤਾਂ ਪਾਤਾਂ ਲਾਉਂਦੇ ਪਏ। ਘਰ ਦੇ ਬਾਹਰ ਆਪਣੇ ਗੇਟਾਂ ਦੇ ਉੱਪਰ ਲਿਖਾਇਆ, ਦਰਵਾਜ਼ਿਆਂ ਦੇ ਉੱਪਰ। ਸਤਿਗੁਰਾਂ ਨੇ ਸਾਰੇ ਸੰਗਲ ਜਾਤ ਪਾਤ ਦੇ ਤੋੜ ਕੇ ਸਿੰਘ ਸ਼ਬਦ ਸਾਨੂੰ ਬਖਸ਼ਿਆ ਹੈ। ਇਸ ਲੋਕ ਵੇਖੈ ਸੁਖ ਪਾਏ ਸਭ ਭਾਂਤਨ ਕੋ। ਸੋ ਇਸ ਲੋਕ ਦੇ ਵਿੱਚ ਜਿਹੜੇ ਗੁਰੂ ਦੇ ਸਿੱਖ ਬਣ ਜਾਣਗੇ, ਬਾਣੀ ਪੜਨਗੇ, ਉਹ ਸਾਰੇ ਤਰੀਕੇ ਦੇ ਸੁੱਖ ਇੱਥੇ ਵੀ ਮਿਲਦੇ ਹਨ। ਸਾਦਰ ਸੋ ਜਾਤ ਹੈ ਪਰਲੋਕ ਸੁਰਗਨ ਮੈਂ। ਉਹ ਫਿਰ ਗੁਰੂ ਕਾ ਸਿੱਖ ਬੜੇ ਸਤਿਕਾਰ ਦੇ ਨਾਲ ਪਰਲੋਕ ਦੇ ਵਿੱਚ ਜਾਂਦਾ ਹੈ, ਸੱਚਖੰਡ ਦੀ ਪ੍ਰਾਪਤੀ ਕਰਦਾ ਹੈ। ਚੌਪਈ ਦਸੋ ਗੁਰਨ ਕੀ ਸ਼ਰਣੀ ਪਰੇ। ਜਿਹੜਾ ਬਾਣੀ ਪੜਦਾ ਹੈ ਉਹ 10 ਗੁਰੂ ਸਾਹਿਬਾਨ ਦੀ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਹੈ। ਵਿਬਦ ਵਿਦਨ ਤੇ ਪ੍ਰਾਨੀ ਤਰੇ। ਤੇ ਅਨੇਕ ਤਰੀਕਿਆਂ ਦੇ ਨਾਲ ਮਹਾਰਾਜ ਸੰਸਾਰ ਤੋਂ ਤਰ ਦਿੰਦੇ ਹਨ। ਗੁਰ ਕੀ ਸੇਵਕ ਸੰਤ ਸੰਗ ਸੇਵਾ। ਗੁਰੂ ਦੀ ਸੇਵਾ ਕਰ ਲਵੋ, ਭਾਵੇਂ ਸੰਗਤ ਦੀ ਸੇਵਾ ਕਰ ਲਵੋ, ਦੋਨੇ ਸੇਵਾ ਹੀ ਸੰਸਾਰ ਤੋਂ ਤਰ ਦਿੰਦੀਆਂ ਕਰੇ ਰਿਝਾਵਨ ਸ੍ਰੀ ਗੁਰਦੇਵਾ। ਜਿਹੜੇ ਗੁਰੂ ਦੀ ਸੇਵਾ ਕਰਦੇ ਸਤਿਗੁਰੂ ਉਹਨਾਂ ਤੇ ਵੀ ਖੁਸ਼ ਹੋ ਜਾਂਦੇ, ਜਿਹੜੇ ਸੰਗਤ ਦੀ ਸੇਵਾ ਕਰਦੇ ਸਤਿਗੁਰੂ ਉਹਨਾਂ ਤੇ ਵੀ ਖੁਸ਼ ਹੋ ਜਾਂਦੇ ਹਨ। ਕਹਿ ਨਿਜ ਘਰ ਤੇ ਪ੍ਰੇਮ ਉਪਾਏ। ਤੇ ਸਤਿਗੁਰੂ ਪਾਤਸ਼ਾਹ ਫਿਰ ਕਿਰਪਾ ਕਰਕੇ ਹਿਰਦੇ ਵਿੱਚ ਪ੍ਰੇਮ ਪੈਦਾ ਕਰਦੇ। ਸਾਧਨ ਭੋਜਨ ਦੇ ਸਮੁਦਾਏ। ਜਿਹੜੀ ਸੰਗਤ ਮਹਾਰਾਜ ਦੇ ਕੋਲ ਆਉਂਦੀ ਹੈ, ਛਕਣ ਵਾਸਤੇ ਪ੍ਰਸ਼ਾਦਾ ਤੇ ਪਹਿਨਣ ਵਾਸਤੇ ਬਸਤਰ ਮਹਾਰਾਜ ਦੇ ਕੋਲੋਂ ਮਿਲਦੇ ਹਨ। ਜਾਂ ਤੇ ਭੀ ਪ੍ਰਸੰਨ ਗੁਰ ਕਰੇ। ਇਸ ਕਰਕੇ ਸਤਿਗੁਰਾਂ ਦੇ ਵਾਸਤੇ ਵੀ ਸੰਗਤਾਂ ਭੋਜਨ ਲੈ ਕੇ, ਬਸਤਰ ਲੈ ਕੇ ਆ ਕੇ ਮਹਾਰਾਜ ਨੂੰ ਪ੍ਰਸੰਨ ਕਰਦੀਆਂ। ਇਹ ਰੀਤ ਜਿਹੜੀ ਹੈ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਹੀ ਬਣੀ ਹੋਈ ਹੈ ਕਿ ਜਿਵੇਂ ਅੱਜ ਆਪਾਂ ਰੁਮਾਲਾ ਸਾਹਿਬ ਲੈ ਕੇ ਆਉਂਦੇ ਆ ਨਾ ਮਹਾਰਾਜ ਨੂੰ ਭੇਟ ਕਰਨ ਵਾਸਤੇ, ਗੁਰੂ ਪਾਤਸ਼ਾਹ ਦੇ ਸਮੇਂ ਵੀ ਸੰਗਤਾਂ ਮਹਾਰਾਜ ਵਾਸਤੇ ਬਸਤਰ ਲੈ ਕੇ ਆਇਆ ਕਰਦੀਆਂ, ਬੜੇ ਬੜੇ ਸੋਹਣੇ ਘਰੋਂ ਭੋਜਨ ਬਣਾ ਕੇ ਲਿਆਇਆ ਕਰਦੀਆਂ। ਸੰਗਤਾਂ ਮਹਾਰਾਜ ਦੇ ਚਰਨ ਆਪਣੇ ਘਰ ਵਿੱਚ ਪਵਾਇਆ ਕਰਦੀਆਂ। ਇਹ ਗੁਰੂ ਕਾਲ ਤੋਂ ਹੀ ਇਹ ਸਾਰੀ ਮਰਿਆਦਾ ਬਣੀ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਦਿੱਲੀ ਦੇ ਵਿੱਚ ਕੈਦ ਕੀਤਾ ਗਿਆ ਨਾ ਹਵੇਲੀ ਦੇ ਵਿੱਚ, ਤੇ ਕਿਸੇ ਸਿੱਖ ਨੇ ਆਖਿਆ ਵੀ ਮਹਾਰਾਜ ਮੇਰੇ ਘਰ ਵਿੱਚ ਪ੍ਰਸ਼ਾਦਾ ਛਕੋ। ਸਤਿਗੁਰੂ ਉਸ ਕੈਦ ਵਾਲੀ ਹਵੇਲੀ ਵਿੱਚੋਂ ਨਿਕਲ ਕੇ ਸਿੱਖ ਦੇ ਘਰੇ ਭੋਜਨ ਛਕਣ ਚਲੇ ਗਏ, ਪੰਗਤ ਵਿੱਚ ਬੈਠੇ। ਇਧਰੋਂ ਕਾਜੀ ਲੰਘਿਆ ਤੇ ਕਾਜੀ ਨੇ ਵੇਖਿਆ ਵੀ ਇਹ ਸਤਿਗੁਰਾਂ ਨੂੰ ਸਿਪਾਹੀਆਂ ਨੇ ਛੱਡ ਦਿੱਤਾ ਹੈ ਤੇ ਸਿੱਖ ਦੇ ਘਰੇ ਭੋਜਨ ਛਕਦੇ ਪਏ। ਜਾ ਕੇ ਔਰੰਗਜ਼ੇਬ ਨੂੰ ਸ਼ਿਕਾਇਤ ਕਰ ਦਿੱਤੀ। ਔਰੰਗਜ਼ੇਬ ਨੇ ਉਸ ਕੋਤਵਾਲ ਨੂੰ ਬੜਾ ਡਾਂਟਿਆ, ਕਹਿਣ ਲੱਗਾ ਤੂੰ ਗੁਰੂ ਨੂੰ ਛੱਡ ਕਿਉਂ ਦਿੰਦਾ ਹੈ? ਗੁਰੂ ਤੇ ਘਰਾਂ ਵਿੱਚ ਤੁਰੇ ਫਿਰਦੇ ਭੋਜਨ ਛਕਣ ਵਾਸਤੇ। ਕੋਤਵਾਲ ਕਹਿਣ ਲੱਗਾ ਵੀ ਮੈਂ ਤੇ ਨਹੀਂ ਛੱਡਿਆ। ਗੁਰਮੁਖੋ ਅਗਲਾ ਦਿਨ ਹੋਇਆ, ਫਿਰ ਕਿਸੇ ਸਿੱਖ ਨੇ ਅਰਦਾਸ ਕੀਤੀ, ਮਹਾਰਾਜ ਮੇਰੇ ਘਰ ਵਿੱਚ ਆ ਕੇ ਭੋਜਨ ਛਕੋ। ਸਤਿਗੁਰੂ ਉਹਦੇ ਘਰ ਵਿੱਚ ਬੈਠ ਕੇ ਭੋਜਨ ਛਕਦੇ ਪਏ। ਕਾਜੀ ਨੇ ਫਿਰ ਵੇਖਿਆ, ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ। ਔਰੰਗਜ਼ੇਬ ਨੇ ਕੋਤਵਾਲ ਨੂੰ ਬੁਲਾਇਆ, ਕਹਿਣ ਲੱਗਾ ਅੱਜ ਫਿਰ ਗਲਤੀ ਕੀਤੀ ਹੈ। ਤੇ ਉਸ ਵੇਲੇ ਉਹ ਕੋਤਵਾਲ ਕਹਿਣ ਲੱਗਾ ਜੀ ਮੈਂ ਕੋਈ ਗਲਤੀ ਨਹੀਂ ਕੀਤੀ, ਮਹਾਰਾਜ ਤੇ ਮੇਰੇ ਕੋਲ ਬੰਦ ਨੇ ਹਵੇਲੀ ਦੇ ਵਿੱਚ। ਛੇਤੀ ਨਾਲ ਆਪਣੇ ਵਜ਼ੀਰ ਭੇਜੇ, ਕੁਝ ਵਜ਼ੀਰ ਹਵੇਲੀ ਵਿੱਚ ਭੇਜੇ ਵੀ ਜਾਓ ਵੇਖ ਕੇ ਆਓ ਵੀ ਮਹਾਰਾਜ ਬੈਠੇ ਨੇ। ਕੁਝ ਵਜ਼ੀਰ ਆਪਣੇ ਸਿੱਖ ਦੇ ਘਰੇ ਭੇਜੇ ਵੀ ਜਾਓ ਵੇਖ ਕੇ ਆਓ ਵੀ ਉੱਥੇ ਮਹਾਰਾਜ ਪ੍ਰਸ਼ਾਦਾ ਛਕਦੇ ਪਏ। ਸਮਾਂ ਨੋਟ ਕਰਿਓ। ਦੋਨਾਂ ਥਾਵਾਂ ਤੇ ਬਾਦਸ਼ਾਹ ਦੇ ਵਜ਼ੀਰ ਗਏ, ਕੀ ਵੇਖਦੇ ਪਏ ਨੇ? ਜਿਹੜੇ ਹਵੇਲੀ ਵਿੱਚ ਵੇਖਣ ਵਾਸਤੇ ਗਏ ਉਹਨਾਂ ਨੇ ਵੇਖਿਆ ਵੀ ਮਹਾਰਾਜ ਹਵੇਲੀ ਵਿੱਚ ਬੈਠੇ ਹੋਏ। ਜਿਹੜੇ ਸਿੱਖ ਦੇ ਘਰੇ ਵੇਖਣ ਗਏ ਉਹਨਾਂ ਨੇ ਇਹ ਵੇਖਿਆ ਵੀ ਸਿੱਖ ਦੇ ਘਰੇ ਪ੍ਰਸ਼ਾਦਾ ਛਕਦੇ ਪਏ। ਫਿਰ ਬਾਦਸ਼ਾਹ ਨੂੰ ਆ ਕੇ ਦੱਸਿਆ, ਕਹਿਣ ਲੱਗੇ ਭਾਈ ਇਹ ਮਹਾਰਾਜ ਦੇ ਕੌਤਕ ਜਾਣ ਕੋਈ ਨਹੀਂ ਸਕਦਾ ਹੈ। ਭਾਵ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਸਮੇਂ ਵੀ ਸੰਗਤਾਂ ਮਹਾਰਾਜ ਨੂੰ ਬਸਤਰ ਭੇਟ ਕਰਦੀਆਂ, ਸਤਿਗੁਰਾਂ ਵਾਸਤੇ ਭੋਜਨ ਲੈ ਕੇ ਆਉਂਦੀਆਂ, ਜਾਂ ਭੋਜਨ ਵਾਸਤੇ ਮਹਾਰਾਜ ਨੂੰ ਆਪਣੇ ਘਰ ਵਿੱਚ ਬੁਲਾਉਂਦੀਆਂ ਤੇ ਸਤਿਗੁਰੂ ਸਮੇਂ ਸਮੇਂ ਤੇ ਚਰਨ ਪਾਉਂਦੇ। ਅੱਜ ਵੀ ਸੰਗਤਾਂ ਇਹ ਸੇਵਾ ਕਰ ਰਹੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਰਹਿੰਦੇ ਬਚਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਲੇਖਾ ਹੈ ਕਥਾ ਹੈ ਨਾ ਛੂਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
दीन दर्द दुख भंजना, कट कट नाथ ही अनाथ। शरण तुम्हारी आयो, नानक के प्रभ साथ। फिरत फिरत प्रभ आया, परया तो शरण आए। नानक की प्रभ बे